ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ। ਅੰਕ 10ਵਾਂ। ਦਿਨ ਚੜ੍ਹਿਆ। ਰੋਗੀ ਦੀ ਹਾਲਤ ਕਾਫੀ ਸੁਧਰ ਚੁੱਕੀ ਸੀ। ਡਾਕਟਰ ਆ ਕੇ ਦੇਖਭਾਲ ਗਿਆ ਤੇ ਇਸੇ ਵੇਲੇ ਪ੍ਰੀਤਮ ਸਿੰਘ ਆ ਗਿਆ। ਪੁਸ਼ਪਾ ਹਜੇ ਤੀਕ ਸੁੱਤੀ ਹੋਈ ਸੀ। ਪ੍ਰੀਤਮ ਸਿੰਘ ਨੇ ਰੋਗੀ ਪਾਸ ਬੈਠ ਕੇ ਉਸਦਾ ਹਾਲ ਚਾਲ ਪੁੱਛਿਆ, ਨਾਲ ਹੀ ਕੱਲ ਦੀ ਸਾਰੀ ਘਟਨਾ ਉਸਨੂੰ ਦੱਸੀ। ਕੀ ਤੁਸੀਂ ਪੁਸ਼ਪਾ ਜੀ ਦੇ ਭਰਾ ਹੋ? ਰੋਗੀ ਨੇ ਹੈਰਾਨੀ ਨਾਲ ਪੁੱਛਿਆ ਤੇ ਫਿਰ ਦੱਸਿਆ ਕਿ ਕਿਸ ਤਰ੍ਹਾਂ ਉਹ ਸਾਰੀ ਰਾਤ ਉਸਦੇ ਮੰਜੇ ਪਾਸ ਬੈਠੀ ਰਹੀ ਸੀ। ਪ੍ਰੀਤਮ ਸਿੰਘ ਨੇ ਪੁਸ਼ਪਾ ਬਾਰੇ ਉਸਨੂੰ ਸੁਣਾਇਆ। ਉਹ ਤੁਹਾਡਾ ਬੜਾ ਸਤਿਕਾਰ ਕਰਦੀ ਹੈ। ਉਸ ਦੀਆਂ ਗੱਲਾਂ ਤੋਂ ਮਾਲੂਮ ਹੁੰਦਾ ਹੈ ਕਿ ਉਹ ਤੁਹਾਨੂੰ ਪਹਿਲਾਂ ਤੋਂ ਜਾਣਦੀ ਹੈ। ਉਹ ਸੱਚਮੁੱਚ ਕੋਈ ਦੇਵੀ ਹੈ, ਕਹਿ ਕੇ ਰੋਗੀ ਨੇ ਹੋਰ ਪ੍ਰਸੰਗ ਛੇੜ ਦਿੱਤਾ। ਦੋਸ਼ੀ ਦਾ ਕੋਈ ਪਤਾ ਲੱਗਾ? ਪ੍ਰੀਤਮ ਸਿੰਘ ਨੇ ਕਿਹਾ, ਸੁਣਿਆ ਉਸਨੂੰ ਪੁਲਿਸ ਨੇ ਫੜ ਲਿਆ ਹੈ। ਹੁਣ ਤੁਹਾਡੀ ਗਵਾਹੀ ਤੇ ਸ਼ਨਾਖਤ ਬਾਕੀ ਹੈ। ਮੇਰਾ ਖਿਆਲ ਹੈ ਤੁਸੀਂ ਉਸਨੂੰ ਪਛਾਣ ਲਓਗੇ। ਥੋੜਾ ਚਿਰ ਚੁੱਪ ਰਹਿ ਕੇ ਰੋਗੀ ਕਹਿਣ ਲੱਗਾ, ਪਛਾਣ ਤਾਂ ਜ਼ਰੂਰ ਲਵਾਂਗਾ, ਕਿਉਂਕਿ ਜਦ ਉਸਨੇ ਮੈਨੂੰ ਛੁਰਾ ਮਾਰਿਆ ਸੀ ਤਾਂ ਮੈਂ ਝੱਟ ਉਸਨੂੰ ਲੱਕੋਂ ਜੱਫਾ ਮਾਰ ਡੇਗ ਲਿਆ ਸੀ, ਪਰ ਜ਼ਖਮ ਦੀ ਤਕਲੀਫ ਨੇ ਮੈਨੂੰ ਕਮਜ਼ੋਰ ਕਰ ਦਿੱਤਾ ਸੀ, ਜਿਸ ਕਰਕੇ ਉਹ ਮੈਥੋਂ ਛੁੱਟ ਕੇ ਭੱਜ ਗਿਆ। ਤਾਂ ਤੇ ਮਾਮਲਾ ਸਾਫ਼ ਹੀ ਹੈ। ਰੱਬ ਕਰੇ ਉਸਨੂੰ ਆਪਣੇ ਕੀਤੇ ਦੀ ਸਜ਼ਾ ਮਿਲੇ। ਰੋਗੀ ਬੋਲਿਆ, ਪਰ ਸਰਦਾਰ ਜੀ, ਮੈਂ ਇਹ ਚੇਤਾਵਨਾ ਨਹੀਂ ਕਰ ਸਕਦਾ ਕਿ ਉਸਨੂੰ ਸਜ਼ਾ ਮਿਲੇ। ਨਹੀਂ ਕਰ ਸਕਦੇ? ਕਿਉਂ? ਮੈਂ ਚਾਹੁੰਦਾ ਹਾਂ ਉਹ ਬਦਨਸੀਬ ਬਚ ਜਾਵੇ। ਕੀ ਕਹਿ ਰਹੇ ਹੋ? ਕਾਤਲਾਨਾ ਹਮਲਾ ਕਰਕੇ ਬਚ ਜਾਵੇ? ਮੈਂ ਇਹੋ ਕੋਸ਼ਿਸ਼ ਕਰਾਂਗਾ, ਭਾਵੇਂ ਮੈਨੂੰ ਇਸ ਕੰਮ ਲਈ ਝੂਠ ਹੀ ਕਿਉਂ ਨਾ ਬੋਲਣਾ ਪਵੇ। ਮੈਂ ਗੁਨਾਹ ਨੂੰ ਨਫ਼ਰਤ ਕਰਦਾ ਹਾਂ, ਪਰ ਗੁਨਾਹਗਾਰ ਨੂੰ ਨਹੀਂ। ਉਹ ਰਹਿਮ ਦੇ ਕਾਬਿਲ ਹੁੰਦਾ ਹੈ, ਜਿਸ ਤਰ੍ਹਾਂ ਇੱਕ ਡਾਕਟਰ ਦਾ ਫਰਜ਼ ਹੈ ਰੋਗ ਨੂੰ ਨਸ਼ਟ ਕਰਨਾ, ਪਰ ਉਹ ਰੋਗੀ ਨੂੰ ਨਸ਼ਟ ਕਰਨ ਦਾ ਕਦੇ ਵੀ ਸੰਕਲਪ ਨਹੀਂ ਕਰ ਸਕਦਾ। ਮਹਾਤਮਾ ਦੀਆਂ ਇਹ ਅਨੋਖੀਆਂ ਗੱਲਾਂ ਸੁਣ ਕੇ ਪ੍ਰੀਤਮ ਸਿੰਘ ਹੈਰਾਨੀ ਵਿੱਚ ਡੁੱਬ ਗਿਆ। ਇਸੇ ਵੇਲੇ ਬਾਹਰੋਂ ਪੁਲਿਸ ਆ ਗਈ ਤੇ ਉਸਦੇ ਨਾਲ ਹੀ ਹੱਥਕੜੀਆਂ ਵਿੱਚ ਇੱਕ ਮੁਲਜ਼ਮ ਵੀ। ਮੁਲਜ਼ਮ ਉੱਤੇ ਨਜ਼ਰ ਪੈਂਦਿਆਂ ਹੀ ਪ੍ਰੀਤਮ ਸਿੰਘ ਕੰਬ ਉੱਠਿਆ। ਜੋ ਕੁਝ ਉਹ ਵੇਖ ਰਿਹਾ ਸੀ, ਇਸ ਉੱਤੇ ਇਤਬਾਰ ਕਰਨਾ ਉਸ ਲਈ ਅਸੰਭਵ ਸੀ। ਉਸ ਦੇ ਸਰੀਰ ਵਿੱਚ ਭੁਚਾਲ ਵਰਗਾ ਝੂਟਾ ਆਇਆ ਤੇ ਇੱਕ ਦਿਲ ਕੰਬਾਊ ਖਿਆਲ ਗੂੰਜਿਆ ਕਿ ਸਾਦਕ ਵਰਗਾ ਦੇਸ਼ ਭਗਤ ਵੀ ਇਹੋ ਜਿਹਾ ਨੀਚ ਕੰਮ ਕਰ ਸਕਦਾ ਹੈ। ਇਹ ਸਾਦਕ ਹੀ ਸੀ, ਉਸਦਾ ਦੋਸਤ ਤੇ ਹਮਨਸ਼ੀਨ। ਮੁਲਜ਼ਮ ਨੇ ਜਿਉਂ ਹੀ ਮਰੀਜ਼ ਦੇ ਕੋਲ ਖੜੋਤੇ ਪ੍ਰੀਤਮ ਸਿੰਘ ਨੂੰ ਤੱਕਿਆ ਤਾਂ ਉਸਦੇ ਸਿਰ ਤੇ ਜਿਵੇਂ 7 ਘੜੇ ਪਾਣੀ ਪੈ ਗਿਆ। ਰੋਕਦਿਆਂ ਵੀ ਪ੍ਰੀਤਮ ਸਿੰਘ ਦੇ ਮੂੰਹੋਂ ਨਿਕਲ ਗਿਆ, ਮਿਸਟਰ, ਤੇ ਉਸਨੇ ਆਪਣੀ ਗੱਲ ਨੂੰ ਬੁੱਲਾਂ ਵਿੱਚ ਹੀ ਰੋਕ ਲਿਆ। ਸਾਦਕ ਦੀਆਂ ਅੱਖਾਂ ਫਰਸ਼ ਉੱਤੇ ਗੱਡੀਆਂ ਹੋਈਆਂ ਸਨ। ਉਸਨੇ ਦੁਬਾਰਾ ਪ੍ਰੀਤਮ ਸਿੰਘ ਵੱਲ ਤੱਕਣ ਦੀ ਜ਼ਰੂਰਤ ਨਾ ਕੀਤੀ। ਕੀ ਇਹ ਮੁਮਕਿਨ ਹੈ? ਪ੍ਰੀਤਮ ਸਿੰਘ ਸੋਚ ਰਿਹਾ ਸੀ ਕਿ ਇਹ ਕੰਮ ਸਾਦਕ ਦਾ ਹੈ। ਹੋ ਸਕਦਾ ਹੈ ਪੁਲਿਸ ਨੂੰ ਗਲਤੀ ਲੱਗੀ ਹੋਵੇ, ਪਰ ਸਾਦਕ ਦੀਆਂ ਸ਼ਰਮ ਨਾਲ ਝੁਕੀਆਂ ਹੋਈਆਂ ਅੱਖਾਂ ਉਸਦੇ ਜੁਰਮ ਦੀ ਗਵਾਹੀ ਦੇ ਰਹੀਆਂ ਸਨ। ਉਸਨੇ ਸਾਦਕ ਤੋਂ ਕੁਝ ਪੁੱਛਣਾ ਚਾਹਿਆ, ਪਰ ਸਿਰ ਤੇ ਪੁਲਿਸ ਅਫਸਰ ਨੂੰ ਖੜਾ ਤੱਕ ਕੇ ਉਸ ਕੁਝ ਵੀ ਪੁੱਛਣਾ ਮੁਨਾਸਿਬ ਨਾ ਸਮਝਿਆ। ਥਾਣੇਦਾਰ ਨੇ ਰੋਗੀ ਨੂੰ ਸੰਬੋਧਨ ਕਰਕੇ ਕਿਹਾ, ਕਿ ਤੁਸੀਂ ਪਛਾਣ ਸਕਦੇ ਹੋ ਕਿ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੇ ਕੱਲ ਤੁਹਾਡੇ ਉੱਤੇ ਹਮਲਾ ਕੀਤਾ ਸੀ? ਮੁਲਜ਼ਮ ਕੰਬ ਰਿਹਾ ਸੀ, ਜਿਵੇਂ ਉਸਨੂੰ ਮੌਤ ਮੂੰਹ ਅੱਡੀ ਖੜੀ ਦਿਖਾਈ ਦੇ ਰਹੀ ਹੋਵੇ, ਜਿਹੜੇ ਰੋਗੀ ਦੇ ਮੂੰਹੋਂ ਨਿਕਲਣ ਵਾਲੇ ਕੇਵਲ 4 ਸ਼ਬਦਾਂ ਨੂੰ ਉਡੀਕ ਰਹੇ ਸੀ। ਪਰ ਮੁਲਜ਼ਮ ਦੀ ਹੈਰਾਨੀ ਹੱਦੋਂ ਟੱਪ ਗਈ ਜਦ ਉਸਨੇ ਸੁਣਿਆ, ਨਹੀਂ ਇੰਸਪੈਕਟਰ ਸਾਹਿਬ, ਇਹ ਉਹ ਆਦਮੀ ਨਹੀਂ। ਸੁਣ ਕੇ ਥਾਣੇਦਾਰ ਹੱਕਾ ਬੱਕਾ ਰਹਿ ਗਿਆ। ਜਿਸਨੇ ਖੁਦ ਮੌਕੇ ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੋਵੇ, ਫਿਰ ਮੌਕੇ ਦੀਆਂ ਗਵਾਹੀਆਂ ਵੀ, ਉਸ ਬਾਬਤ ਮੁੱਦਈ ਦਾ ਇਹ ਬਿਆਨ। ਉਸਨੇ ਫਿਰ ਸਵਾਲ ਕੀਤਾ, ਤੁਸੀਂ ਭੁੱਲਦੇ ਤਾਂ ਨਹੀਂ? ਚੰਗੀ ਤਰ੍ਹਾਂ ਹੋਸ਼ ਵਿੱਚ ਆ ਕੇ ਜਵਾਬ ਦਿਓ। ਇਸ ਨੂੰ ਵਾਕਿਓ ਵਾਲੀ ਥਾਂ ਤੇ ਫੜਿਆ ਗਿਆ ਹੈ। ਇਸ ਦੇ ਕੱਪੜਿਆਂ ਉੱਤੇ ਲਹੂ ਦੇ ਦਾਗ ਹਜੇ ਤੱਕ ਮੌਜੂਦ ਨੇ ਤੇ ਲਿਬੜਿਆ ਇੱਕ ਛੁਰਾ ਵੀ ਬਰਾਮਦ ਹੋਇਆ ਹੈ। ਭਾਵੇਂ ਇਸਨੇ ਆਪਣੀ ਜ਼ੁਬਾਨੀ ਜੁਰਮ ਦਾ ਇਕਬਾਲ ਹਜੇ ਤੱਕ ਨਹੀਂ ਕੀਤਾ, ਪਰ ਵਿੱਚੋਂ ਹੀ ਟੋਕ ਕੇ ਰੋਗੀ ਬੋਲਿਆ, ਇੰਸਪੈਕਟਰ ਸਾਹਿਬ, ਕਈ ਵਾਰੀ ਇਤਫਾਕ ਨਾਲ ਵੀ ਐਸਾ ਹੋ ਜਾਇਆ ਕਰਦਾ ਹੈ ਕਿ ਅਸਲ ਮੁਜਰਮ ਦੇ ਥਾਂ ਕਿਸੇ ਬੇਕਸੂਰ ਲਈ ਕੁਝ ਸਬੂਤ ਜੁੜ ਜਾਂਦੇ ਨੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸਲੀਅਤ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਵੇ। ਮੈਂ ਠੀਕ ਕਹਿੰਦਾ ਹਾਂ ਕਿ ਇਹ ਆਦਮੀ ਬਿਲਕੁਲ ਉਹ ਨਹੀਂ। ਜਦ ਮੇਰੇ ਉੱਤੇ ਹਮਲਾ ਹੋਇਆ ਸੀ ਤਾਂ ਕਿਸੇ ਨੇ ਮੈਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ ਤੇ ਗਾਲਬਨ ਉਹ ਸੰਭਾਲਣ ਵਾਲਾ ਇਹੋ ਆਦਮੀ ਸੀ। ਸ਼ਾਇਦ ਇਸੇ ਕਰਕੇ ਇਸ ਦੇ ਕੱਪੜਿਆਂ ਉੱਤੇ ਖੂਨ ਦੇ ਦਾਗ ਲੱਗ ਗਏ ਹੋਣਗੇ। ਥਾਣੇਦਾਰ ਨੇ ਪੁੱਛਿਆ, ਤੁਹਾਨੂੰ ਇਸ ਦੇ ਬੇਕਸੂਰ ਹੋਣ ਵਿੱਚ ਪੂਰਾ ਯਕੀਨ ਹੈ? 16 ਆਨੇ। ਤੁਹਾਡੇ ਖਿਆਲ ਵਿੱਚ ਇਹ ਐਵੇਂ ਗਲਤੀ ਨਾਲ ਫੜਿਆ ਗਿਆ ਹੈ? ਬਿਲਕੁਲ ਗਲਤੀ ਨਾਲ, ਤੇ ਮੈਂ ਚਾਹੁੰਦਾ ਹਾਂ ਇਸ ਨੂੰ ਛੇਤੀ ਤੋਂ ਛੇਤੀ ਛੱਡ ਦਿੱਤਾ ਜਾਵੇ। ਇੰਸਪੈਕਟਰ ਨੂੰ ਮਜਬੂਰਨ ਉਸਦੇ ਬਿਆਨ ਲਿਖਣੇ ਪਏ। ਇਸ ਤੋਂ ਬਾਅਦ ਪੁਲਿਸ ਦਾ ਅਮਲਾ
ਮੁਲਜ਼ਮ ਨੂੰ ਨਾਲ ਲੈ ਕੇ ਚਲਾ ਗਿਆ। ਪ੍ਰੀਤਮ ਸਿੰਘ ਨੇ ਵੀ ਮਗਰੋਂ ਜਾਣਾ ਚਾਹਿਆ ਪਰ ਪੈਰ ਨਾ ਪੁੱਟ ਸਕਿਆ। ਪ੍ਰੀਤਮ ਸਿੰਘ ਦੇ ਦਿਲ ਵਿੱਚ ਇਸ ਮਹਾਪੁਰਸ਼ ਨੂੰ ਨਮਸਕਾਰ ਕੀਤੀ। ਉਸ ਦੀ ਸਲਾਹ ਹੋਈ ਸਵਾਮੀ ਜੀ ਨੂੰ ਘਰ ਲਿਜਾਇਆ ਜਾਵੇ ਤਾਂ ਠੀਕ ਹੈ। ਉਸਨੇ ਪੁਸ਼ਪਾ ਨੂੰ ਪੁੱਛਣਾ ਚਾਹਿਆ ਪਰ ਉਹ ਸੁੱਤੀ ਹੋਈ ਸੀ, ਜਿਸ ਨੂੰ ਜਗਾਉਣਾ ਉਸ ਮੁਨਾਸਿਬ ਨਾ ਸਮਝਿਆ। ਫਿਰ ਇਸ ਬਾਰੇ ਡਾਕਟਰ ਪਾਸੋਂ ਪੁੱਛਿਆ। ਡਾਕਟਰ ਨੇ ਕਿਹਾ ਸਿਰਫ 3 ਦਿਨ ਰੋਗੀ ਨੂੰ ਇੱਥੇ ਰਹਿਣ ਦਿਓ, ਇਸ ਤੋਂ ਬਾਅਦ ਲੈ ਜਾ ਸਕਦੇ ਹੋ, ਬਸ਼ਰਤੇ ਕਿ ਮਲਮ ਪੱਟੀ ਦਾ ਯੋਗਤਾ ਨਾਲ ਪ੍ਰਬੰਧ ਕਰ ਸਕੋ। ਗੱਲਾਂ ਦੀ ਆਵਾਜ਼ ਸੁਣ ਕੇ ਪੁਸ਼ਪਾ ਜਾਗ ਪਈ, ਜਿਸ ਨੂੰ ਸੁੱਤਿਆਂ ਹਜੇ ਥੋੜਾ ਚਿਰ ਹੀ ਹੋਇਆ ਸੀ। ਪ੍ਰੀਤਮ ਸਿੰਘ ਨੇ ਉਸ ਪਾਸ ਜਾ ਕੇ ਸਭ ਤੋਂ ਪਹਿਲਾਂ ਉਹਨੂੰ ਰੋਗੀ ਦੀ ਉਹ ਆਤਮਿਕ ਉੱਚਤਾ ਦੀ ਗੱਲ ਸੁਣਾਈ ਜਿਹੜੀ ਉਸਨੇ ਹੁਣੇ ਹੀ ਵੇਖੀ ਸੀ। ਪੁਸ਼ਪਾ ਨੇ ਭਰਾ ਪਾਸ ਰੋਸ ਪ੍ਰਗਟ ਕੀਤਾ ਕਿ ਉਸਨੂੰ ਵੀ ਕਿਉਂ ਨਾ ਜਗਾ ਦਿੱਤਾ ਗਿਆ ਤਾਂ ਜੋ ਉਹ ਵੀ ਇਸ ਦ੍ਰਿਸ਼ ਨੂੰ ਵੇਖ ਲੈਂਦੀ। ਸਭ ਤੋਂ ਵਧੇਰੇ ਹੈਰਾਨੀ ਪੁਸ਼ਪਾ ਨੂੰ ਹੋਈ ਜਦ ਉਸਨੇ ਸੁਣਿਆ ਕਿ ਮਹਾਤਮਾ ਉੱਤੇ ਹਮਲਾ ਕਰਨ ਵਾਲਾ ਕੋਈ ਓਪਰਾ ਮਨੁੱਖ ਨਹੀਂ ਸੀ, ਸਗੋਂ ਪ੍ਰੀਤਮ ਸਿੰਘ ਦਾ ਇੱਕ ਦੋਸਤ ਤੇ ਜਮਾਤੀ ਸੀ, ਜਿਹੜਾ ਅੱਜ ਤੋਂ ਥੋੜਾ ਚਿਰ ਪਹਿਲਾਂ ਦੇਸ਼ ਭਗਤੀ ਦੇ ਅਸਮਾਨ ਜਿੱਡੇ ਦਾਅਵੇ ਬੰਦਾ ਹੁੰਦਾ ਸੀ। 3 ਦਿਨਾਂ ਬਾਅਦ ਰੋਗੀ ਨੂੰ ਘਰ ਲਿਆਂਦਾ ਗਿਆ। ਉਸ ਦੀ ਦੇਖਭਾਲ ਲਈ ਇੱਕ ਸਿਆਣੇ ਡਾਕਟਰ ਦੀ ਸੇਵਾ ਪ੍ਰਾਪਤ ਕਰ ਲਈ ਗਈ। ਸੇਵਾਦਾਸ ਦਾ ਸਮਾਨ ਜਿਹੜਾ ਇੱਕ ਸਰਾਂ ਵਿੱਚ ਪਿਆ ਸੀ, ਉਸਦੇ ਦੱਸੇ ਪਤੇ ਤੋਂ ਮੰਗਵਾ ਲਿਆ ਗਿਆ। ਉਸ ਤੋਂ ਦੂਜੇ ਦਿਨ ਪੁਸ਼ਪਾ ਨੂੰ ਰੋਗੀ ਦੀ ਸੌਂਪਣੀ ਕਰਕੇ ਪ੍ਰੀਤਮ ਸਿੰਘ ਫਲੋਰ ਚਲਾ ਗਿਆ। ਅੰਕ 11ਵਾਂ। ਸਰਦਾਰ ਉਜਾਗਰ ਸਿੰਘ ਹੋਰੀ ਲਾਹੌਰ ਦੇ ਰੱਜੇ ਪੁੱਜੇ ਆਦਮੀਆਂ ਵਿੱਚੋਂ ਸਨ, ਜੋ ਅੱਜ ਕੱਲ੍ਹ ਲਖਨਊ ਵਿੱਚ ਸਬ ਜੱਜੀ ਦੀ ਕੁਰਸੀ ਨੂੰ ਸੁਸ਼ੋਭਿਤ ਕਰਦੇ ਹਨ। ਲਾਹੌਰ ਵਿੱਚ ਆਪਦੇ ਮਕਾਨ ਹਨ, ਜਿਨ੍ਹਾਂ ਦੇ ਕਿਰਾਏ ਦੀ ਆਮਦਨ ਕਈ ਸੌ ਹੈ। ਪਹਿਲੀ ਪਤਨੀ ਵਿੱਚੋਂ ਕੋਈ ਸੰਤਾਨ ਨਾ ਹੋਣ ਕਰਕੇ ਸਰਦਾਰ ਹੋਰਾਂ ਇੱਕ ਵਾਰੀ ਦੂਜਾ ਵਿਆਹ ਕਰਾਉਣ ਦੀ ਸਲਾਹ ਕਰ ਲਈ ਸੀ, ਪਰ ਗੁਲਾਬ ਕੌਰ ਨੂੰ ਸੌਂਕਣ ਦਾ ਖਿਆਲ ਆਉਂਦਿਆਂ ਹੀ ਗਸ਼ਾਂ ਪੈਣ ਲੱਗਦੀਆਂ ਸਨ। ਇਸੇ ਕਰਕੇ ਗੁਲਾਬ ਕੌਰ ਨੇ ਆਪਣੇ ਪੇਕੇ ਸਾਕਾਂ ਵਿੱਚ ਇੱਕ ਮੁੰਡਾ ਲੈ ਕੇ ਮੁਤਬੰਨਾ ਬਣਾ ਲਿਆ, ਜਿਸ ਕਰਕੇ ਜੱਜ ਸਾਹਿਬ ਨੇ ਵਿਆਹ ਦਾ ਇਰਾਦਾ ਤਰਕ ਕਰ ਦਿੱਤਾ। ਮੁੰਡੇ ਨਾਲ ਗੁਲਾਬ ਕੌਰ ਦਾ ਬੇਉੜਕ ਪਿਆਰ ਸੀ, ਪਰ ਜੱਜ ਸਾਹਿਬ ਨੂੰ ਇਸ ਮੁੰਡੇ ਵਿੱਚੋਂ ਪਿਆਰ ਦਾ ਉਹ ਨਿੱਘ ਨਾ ਮਿਲ ਸਕਿਆ ਜਿਹੜਾ ਉਹਨਾਂ ਨੂੰ ਸੰਤਾਨ ਪਾਸੋਂ ਮਿਲਣਾ ਚਾਹੀਦਾ ਸੀ। ਮੁੱਢ ਤੋਂ ਹੀ ਹਾਲਤ ਕੁਝ ਇਹੋ ਜਿਹੇ ਬਣ ਗਏ ਸਨ ਕਿ ਆਪਣੇ ਮੁਤਬੰਨੇ ਨੂੰ ਉਹ ਦਿਲ ਵਿੱਚ ਥਾਂ ਨਾ ਦੇ ਸਕੇ। 24-25 ਦੀ ਉਮਰ ਤੱਕ ਪਹੁੰਚ ਕੇ ਇਸ ਨੌਜਵਾਨ ਨੇ ਸਾਰੇ ਘਰ ਦਾ ਨੱਕ ਵਿੱਚ ਦਮ ਕਰ ਦਿੱਤਾ। ਜੋ ਕੁਝ ਉਸਦੇ ਹੱਥ ਚੜ੍ਹਦਾ ਉਸ ਦੀਆਂ ਮਹਿਫਲਾਂ ਦੇ ਹਵਨ ਕੁੰਡ ਵਿੱਚ ਪੈ ਕੇ ਸਵਾਹ ਹੋ ਜਾਂਦਾ। ਇਸ ਤੋਂ ਛੁੱਟ ਪਿਛਲੇ ਮਾਪਿਆਂ ਦੀ 8 ਪੈਰੀ ਚੁੱਕ ਨੇ ਸੋਹਣ ਸਿੰਘ ਨੂੰ ਹੋਰ ਵੀ ਸੁਆਰਥੀ ਤੇ ਗੁਸਤਾਖ ਬਣਾ ਦਿੱਤਾ ਸੀ। ਜੱਜ ਸਾਹਿਬ ਨੂੰ ਹਮੇਸ਼ਾ ਉਹ ਆੜੇ ਹੱਥੀ ਲੈਂਦਾ ਸੀ। ਇੱਥੇ ਹੀ ਕਲੇਸ਼ ਦੀ ਸਮਾਪਤੀ ਹੋ ਜਾਂਦੀ ਤਾਂ ਵੀ ਖਬਰੇ ਜੱਜ ਸਾਹਿਬ ਨੂੰ ਦਿਨ ਰਾਤ ਦੇ 24 ਘੰਟਿਆਂ ਵਿੱਚੋਂ ਕੋਈ ਪਲ ਸੁੱਖ ਦਾ ਸਾਹ ਹੀ ਆ ਜਾਂਦਾ। ਪਰ ਇੱਕ ਮੁਸੀਬਤ ਇਹ ਸੀ ਕਿ ਹੌਲੀ-ਹੌਲੀ ਗੁਲਾਬ ਕੌਰ ਸੋਹਣ ਸਿੰਘ ਦੇ ਪੱਖ ਵਿੱਚ ਹੋ ਗਈ ਤੇ ਪਤੀ ਦੀ ਜਾਇਦਾਦ ਸੋਹਣ ਸਿੰਘ ਦੇ ਨਾਂ ਕਰਾਉਣ ਉੱਤੇ ਤੁਲ ਖਲੋਤੀ। ਇਸ ਦਿਨ ਰਾਤ ਦੇ ਕਲੇਸ਼ ਨਾਲ ਜੱਜ ਸਾਹਿਬ ਤਾਂ ਇੱਕ ਪਾਸੇ ਰਹੇ। ਲਖਨਊ, ਉਹਦਾ ਸਾਰਾ ਮੁਹੱਲਾ ਜਿਸ ਵਿੱਚ ਰਹਿੰਦੇ ਸਨ, ਤਰਾਹੇ ਕਰ ਉੱਠਿਆ। ਘਰ ਵਿੱਚ 8 ਪਹਿਰ ਮਹਾਭਾਰਤ ਮਚਿਆ ਰਹਿੰਦਾ ਸੀ। ਜੱਜ ਸਾਹਿਬ ਦੀ ਜਾਨ ਅਜੀਬ ਕੁੜਕੀ ਵਿੱਚ ਫਸ ਗਈ। ਵਹੁਟੀ ਵੱਖਰੀ ਆਨੇ ਕੱਢ ਪੈਂਦੀ, ਮੁਤਬੰਨਾ ਸਾਹਿਬ ਵੱਖਰੇ ਸਿਰ ਤੇ ਤਲਵਾਰ ਲਟਕਾਈ ਰੱਖਦੇ। ਕਾਨੂੰਨ ਦੇ ਮੁਹਾਫਿਜ਼ ਹੋ ਕੇ ਵੀ ਜੱਜ ਸਾਹਿਬ ਇਸ ਸਦੀਵੀ ਕਲੇਸ਼ ਤੋਂ ਖਲਾਸੀ ਪਾਉਣ ਲਈ ਕਾਨੂੰਨ ਦੀ ਮਦਦ ਲੈਣੋਂ ਅਸਮਰਥ ਸਨ। ਇਸ ਅਣਬਣ ਦੇ ਫਲਸਰੂਪ ਗੁਲਾਬ ਕੌਰ ਤੇ ਸੋਹਣ ਸਿੰਘ ਬਹੁਤਾ ਲਾਹੌਰ ਹੀ ਰਹਿਣ ਲੱਗੇ। ਇਸ ਵਿੱਚ ਦੋਵੇਂ ਧਿਰਾਂ ਸੁਖੀ ਸਨ। ਉਧਰ ਜੱਜ ਸਾਹਿਬ ਇਕੱਲੇ ਰਹਿ ਕੇ ਤੇ ਇੱਧਰ ਇਹ ਦੋਵੇਂ ਨਵੇਕਲੇ ਰਹਿ ਕੇ। ਇਹੋ ਸਮਾਂ ਹੁੰਦਾ ਜਦੋਂ ਕੰਨ ਭਰਨ ਵਾਲਿਆਂ ਦਾ ਦਾ ਲੱਗਦਾ ਹੈ। ਸਲਾਹਕਾਰਾਂ ਨੇ ਜੱਜ ਸਾਹਿਬ ਨੂੰ ਦਿਨ ਰਾਤ ਸਿਖੌਤਾਂ ਸ਼ੁਰੂ ਕੀਤੀਆਂ। ਇੱਥੋਂ ਤੀਕ ਉਹਨਾਂ ਨੂੰ ਯਕੀਨ ਕਰਾ ਦਿੱਤਾ ਕਿ ਦੋਵੇਂ ਮਾਂ ਪੁੱਤ ਰਲ ਕੇ ਕਿਸੇ ਨਾ ਕਿਸੇ ਢੰਗ ਨਾਲ ਜੱਜ ਸਾਹਿਬ ਦੀ ਜ਼ਿੰਦਗੀ ਖਤਮ ਕਰ ਦੇਣਗੇ ਤੇ ਇਸ ਤੋਂ ਬਾਅਦ ਸਭ ਕਾਸੇ ਉੱਤੇ ਕਾਬਜ਼ ਹੋ ਜਾਣਗੇ। ਜੱਜ ਸਾਹਿਬ ਨੇ ਇਹ ਗੱਲ ਸੁੱਟ ਨਹੀਂ ਛੱਡੀ, ਸਗੋਂ ਸਿਆਣਪ ਨਾਲ ਆਉਣ ਵਾਲੀ ਮੁਸੀਬਤ ਤੋਂ ਬਚਣ ਦਾ ਕੋਈ ਦਾਰੂ ਲੱਭਣ ਲੱਗੇ। ਉੜਕ ਸਲਾਹਕਾਰਾਂ ਦੀ ਸਲਾਹ ਨਾਲ ਉਹਨਾਂ ਨੂੰ ਇੱਕ ਇਲਾਜ ਲੱਭ ਹੀ ਪਿਆ, ਹੋਰ ਵਿਆਹ ਕਰਾਉਣ ਦਾ। ਸਭ ਨੇ ਇਹੋ ਭਰੀ ਜੱਜ ਸਾਹਿਬ, ਹਜੇ ਤੁਹਾਡੀ ਉਮਰ ਹੀ ਕੀ ਹੈ। ਆਪਣੇ ਲਾਗ ਪਾਸ ਤੋਂ ਕਈ ਉਦਾਹਰਨ ਹੀ ਵੀ ਇਹੋ ਜਿਹੇ ਪੈਦਾ ਕਰ ਦਿੱਤੇ ਗਏ, ਜਿਸ ਤੋਂ ਜੱਜ ਹੋਰਾਂ ਨੂੰ ਯਕੀਨ ਹੋ ਗਿਆ ਕਿ ਉਹ ਹਜੇ ਸੰਤਾਨ ਪੈਦਾ ਕਰਨੋਂ ਅਸਮਰਥ ਨਹੀਂ। ਦੇਰ ਕਾਹਦੀ ਸੀ, ਪ੍ਰਵਾਨਗੀ ਮਿਲਣ ਦੀ ਢਿੱਲ ਸੀ ਕਿ ਢੂੰਡ ਭਾਲ ਸ਼ੁਰੂ ਹੋ ਗਈ ਤੇ ਜਲਦੀ ਹੀ ਇਹ ਢੂੰਡ ਕਾਮਯਾਬ ਹੋਈ। ਥੈਲੀਆਂ ਦੇ ਮੂੰਹ ਖੁੱਲੇ ਦੇਖ ਕੇ ਕਈ ਸੌੜੇ ਦਿਲ ਵੀ ਖੁੱਲ ਪੈਂਦੇ ਹਨ। ਇਹੋ ਜਿਹਾ ਇੱਕ ਖੁੱਲ ਦਿਲਾ ਉਹਨਾਂ ਲਈ ਲੱਭ ਹੀ ਪਿਆ, ਜਿਸਨੇ ਆਪਣੀ 18 ਵਰ੍ਹਿਆਂ ਦੀ ਲੜਕੀ ਦੂਣੇ ਰੁਪਈਆਂ ਨਾਲ ਤੋਲ ਕੇ ਜੱਜ ਸਾਹਿਬ ਦੇ ਹਵਾਲੇ ਕਰ ਦਿੱਤੀ। ਲੋਕਾਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਜੱਜ ਸਾਹਿਬ ਚੁੱਪਚਾਪ ਲਾੜਾ ਬਣ ਕੇ ਦੁਲਹਨ ਨੂੰ ਪਰਨਾ ਲਿਆਏ।
ਜੇ ਕੋਈ ਗਰੀਬ ਗੁਰਬਾ ਇਹ ਹਰਕਤ ਕਰਦਾ ਤਾਂ ਖਬਰੇ ਕਿੰਨਾ ਰੌਲਾ ਰੱਪਾ ਪੈਂਦਾ, ਪਰ ਇੱਥੇ ਸਨ ਜੱਜ ਸਾਹਿਬ, ਕਿਸੇ ਦੀ ਕੀ ਮਜਾਲ ਕੇ ਬੁੱਲ ਖੋਲ ਸਕਦਾ। ਸਭ ਕੁਝ ਠੀਕ ਹੋ ਗਿਆ। ਇੱਧਰ ਤਾਂ ਸਭ ਕੁਝ ਠੀਕ ਹੋ ਗਿਆ, ਪਰ ਉਧਰ ਜਿਸ ਵੇਲੇ ਗੁਲਾਬ ਕੌਰ ਨੂੰ ਲਾਹੌਰ ਵਿੱਚ ਇੱਕ ਖਬਰ ਮਿਲੀ ਕਿ ਉਸਦਾ ਪਤੀ ਉਸਦੇ ਸਿਰ ਤੇ ਅਖੀਰ ਸੌਂਕਣ ਲੈ ਹੀ ਆਇਆ ਤਾਂ ਵਿਚਾਰੀ ਮਰਨ ਹਾਕੀ ਹੋ ਗਈ। ਸੋਹਣ ਸਿੰਘ ਨੂੰ ਪਤਾ ਲੱਗਾ, ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਦੋਵੇਂ ਸੋਚਣ ਲੱਗੇ ਕਿ ਇਸ ਸੋਨੇ ਦੀ ਲੰਕਾ ਦੀ ਮਾਲਕ ਕੋਈ ਹੋਰ ਉਗਮ ਪਈ। ਦੋਵੇਂ ਲਖਨਊ ਪਹੁੰਚੇ ਤੇ ਪਹੁੰਚਦਿਆਂ ਹੀ ਪਿੱਟ ਕਰੱਟਾ ਪਾ ਦਿੱਤਾ। ਜੱਜ ਸਾਹਿਬ ਦੇ ਰੰਗ ਵਿੱਚ ਭੰਗ ਪੈ ਗਿਆ। ਘਰ ਵਿੱਚ ਫਿਰ ਘਮਸਾਨ ਮਚ ਗਿਆ। ਸੋਹਣ ਸਿੰਘ, ਜਿਹੜਾ ਅੱਗੇ ਹੀ ਸਰਦਾਰ ਨੂੰ ਜੀ ਨਹੀਂ ਸੀ ਦਿੰਦਾ, ਘਰ ਵਿੱਚ ਮਾਨਸ ਗੰਦ ਕਰਨ ਲੱਗਾ। ਅੱਗੇ ਤਾਂ ਕਿਸੇ ਨੂੰ ਜੱਜ ਸਾਹਿਬ ਦੀ ਖਾਨਾ ਆਬਾਦੀ ਦਾ ਪਤਾ ਲੱਗਾ, ਕਿਸੇ ਨੂੰ ਨਾ, ਪਰ ਹੁਣ ਤਾਂ ਜਿੰਨਾ ਨਹੀਂ ਸੁਣਿਆ ਸੀ ਉਹਨਾਂ ਵੀ ਸੁਣਿਆ। ਸਭ ਨੇ ਸਰਦਾਰ ਦੀ ਬੇਅਕਲੀ ਉੱਤੇ ਤਰ੍ਹਾਂ ਮੌਜੂ ਉਡਾਏ। ਆਪਣੇ ਬੁਢੇਪੇ ਦੀ ਇਸ ਤਰ੍ਹਾਂ ਮਿੱਟੀ ਪਲੀਤ ਹੁੰਦੀ ਵੇਖ ਕੇ ਜੱਜ ਸਾਹਿਬ ਘਬਰਾ ਉੱਠੇ। ਹੁਣ ਦੋਵੇਂ ਹੀ ਇਲਾਜ ਸਨ, ਜਾਂ ਸਖਤੀ ਜਾਂ ਨਰਮੀ, ਪਰ ਸਖਤੀ ਨਾਲ ਬਖੇੜਾ ਹੋਰ ਵਧਣ ਦਾ ਡਰ ਸੀ। ਅਖੀਰ ਜੱਜ ਸਾਹਿਬ ਨੇ ਨਰਮੀ ਵਾਲਾ ਹਥਿਆਰ ਫੜਿਆ। ਗੁਲਾਬ ਕੌਰ ਨੂੰ ਪੈਰੀ ਹੱਥੀਂ ਪੈ ਕੇ ਰਾਜੀ ਕੀਤਾ ਤੇ ਸੋਹਣ ਸਿੰਘ ਨੂੰ ਵੀ ਥਾਪੀਆਂ ਥੂਪੀਆਂ ਦੇ ਕੇ ਠੰਡਿਆਂ ਕੀਤਾ। ਸਮਝੌਤਾ ਅਖੀਰ ਇਹ ਹੋਇਆ ਕਿ ਗੁਲਾਬ ਕੌਰ ਤੇ ਸੋਹਣ ਸਿੰਘ ਲਾਹੌਰ ਹੀ ਜਾ ਰਹਿਣ ਤੇ ਉਹਨਾਂ ਦੇ ਖਰਚ ਪੱਠੇ ਲਈ ਲਾਹੌਰ ਦੇ ਮਕਾਨਾਂ ਉੱਤੇ ਇਹਨਾਂ ਦਾ ਹੱਕ ਹੋਵੇਗਾ। ਦੋਵੇਂ ਮਾਂ ਪੁੱਤਰ ਵਾਪਸ ਲਾਹੌਰ ਮੁੜੇ ਆਪੋ ਆਪਣੇ ਥਾਂ। ਦੋਵੇਂ ਧਿਰਾਂ ਖੁਸ਼ ਸਨ। ਜੱਜ ਸਾਹਿਬ ਸੋਚਦੇ ਚਲੋ ਬਲਾ ਸਿਰੋਂ ਲੱਥੀ। ਉਧਰ ਸੋਹਣ ਸਿੰਘ ਸੋਚਦਾ ਹੁਣ ਕਿੱਧਰ ਜਾਂਦਾ ਹੈ, ਰੋਬ ਕੱਸਣ ਦੀ ਬਥੇਰੀ ਗੁੰਜਾਇਸ਼ ਹੈ ਹਜੇ। ਉਦੋਂ ਜੱਜ ਸਾਹਿਬ ਦੇ ਵਿਆਹ ਨੂੰ 3 ਵਰ੍ਹੇ ਹੋ ਚੁੱਕੇ ਸਨ, ਪਰ ਕੰਜੂਸ ਕਿਸਮਤ ਨੇ ਹਜੇ ਤੱਕ ਪੁੱਤਰ ਰਤਨ ਪ੍ਰਦਾਨ ਕਰਨ ਲਈ ਆਪਣਾ ਸੁਨਹਿਰੀ ਬੂਹਾ ਨਹੀਂ ਖੋਲ੍ਹਿਆ ਤੇ ਜੱਜ ਸਾਹਿਬ ਨੂੰ ਹੁਣ ਇਸ ਗੱਲ ਦੀ ਵੀ ਚਿੰਤਾ ਸੀ। ਪਰ ਨਵੀਂ ਦੁਲਹਨ ਦੇ ਜੋਬਨ ਜਾਦੂ ਨੇ ਕੁਝ ਚਿਰ ਲਈ ਸਭ ਕੁਝ ਭੁਲਾ ਦਿੱਤਾ। ਉਹ ਰੋਜ਼ ਸ਼ਾਮ ਨੂੰ ਕਾਰ ਵਿੱਚ ਬਿਠਾ ਕੇ ਸੈਰ ਕਰਾਉਂਦੇ ਤੇ ਉਸਦੀਆਂ ਨਾ ਜ਼ਬਰਦਾਰੀਆਂ ਵਿੱਚ ਆਪਣੇ ਜੀਵਨ ਦੀਆਂ ਸੁਨਹਿਰੀ ਘੜੀਆਂ ਖਰਚ ਕਰਦੇ। ਇਹ ਸੁਭਾਗ ਜੋੜੀ ਜਦ ਸ਼ਾਮੀ ਸੈਰ ਨੂੰ ਨਿਕਲਦੀ ਤਾਂ ਲਖਨਊ ਦੇ ਮਨ ਚਲੇ ਨੌਜਵਾਨ ਇਹਨਾਂ ਵੱਲ ਤੱਕ ਇੱਕ ਦੂਜੇ ਨੂੰ ਸੁਣਾਉਂਦੇ, ਪਹਿਲੂਏ ਹੂਰ ਮੇ ਲੰਗੂਰ ਖੁਦਾ ਕੀ ਕੁਦਰਤ, ਕਊਏ ਕੀ ਚੋਚ ਮੇ ਅੰਗੂਰ ਖੁਦਾ ਕੀ ਕੁਦਰਤ। ਸੋਹਣ ਸਿੰਘ ਬਹੁਤ ਸਾਰੇ ਇਲਮ ਪੜ੍ਹ ਕੇ ਹੀ ਜੰਮਿਆ ਸੀ। ਕੱਪੜਿਆਂ ਦੀ ਸਜ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਦੋਸਤਾਂ ਦੀ ਮਜਲਸ ਕਿਵੇਂ ਗਰਮ ਕਰੀਦੀ ਹੈ, ਆਪਣੇ ਆਪ ਨੂੰ ਆਲਮ ਫਾਜ਼ਲ ਪ੍ਰਗਟ ਕਰਨ ਲਈ ਕਿਸੇ ਨਾਲ ਕੀਕਣ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਤੇ ਵੱਡੇ ਲੋਕਾਂ ਉੱਤੇ ਆਪਣੀ ਕਾਬਲੀਅਤ ਦਾ ਸਿੱਕਾ ਕਿਵੇਂ ਜਮਾਈਦਾ ਹੈ, ਇਹ ਸਾਰੇ ਮਜ਼ਮੂਨ ਉਹਨਾਂ ਦੇ ਪਾਸ ਕੀਤੇ ਹੋਏ ਸਨ। ਬਾਕੀ ਰਹੀ ਸਕੂਲ ਦੀ ਪੜ੍ਹਾਈ, ਇਸ ਖਾਤਰ ਵੀ ਉਸਨੇ ਕੋਈ ਘੱਟ ਕੁਰਬਾਨੀ ਨਹੀਂ ਸੀ ਕੀਤੀ, ਪੂਰੇ 10 ਵਰ੍ਹਿਆਂ ਦੀ ਕੁਰਬਾਨੀ। ਸਭ ਤੋਂ ਵੱਡੀ ਖੂਬੀ ਜਿਹੜੀ ਕੁਦਰਤ ਨੇ ਉਹਨੂੰ ਦਿੱਤੀ ਸੀ ਉਹ ਸੀ ਨਿਡਰਤਾ ਦੀ। ਉਹ ਬਿਨਾਂ ਸੋਚੇ ਸਮਝੇ ਖੱਡ ਵਿੱਚ ਛਾਲ ਮਾਰਨ ਨੂੰ ਤਿਆਰ ਹੋ ਸਕਦਾ ਸੀ, ਬਸ਼ਰਤੇ ਕਿ ਉਸਨੂੰ ਯਕੀਨ ਹੋਵੇ ਕਿ ਇਸ ਤਰ੍ਹਾਂ ਨਾਲ ਉਸਦੀ ਗਰਜ ਪੂਰੀ ਹੋ ਸਕੇਗੀ। ਉਹ ਜੇ ਚਾਹੇ ਤਾਂ ਲਾਟ ਸਾਹਿਬ ਨਾਲ ਵੀ ਜਾ ਕੇ ਹੱਥ ਮਿਲਾਉਣ ਨੂੰ ਤਿਆਰ ਹੋ ਪੈਂਦਾ ਸੀ। ਰਹੀ ਗੱਲ ਇਹ ਕਿ ਉਸ ਬਾਬਤ ਅਗਲਾ ਆਦਮੀ ਕੀ ਖਿਆਲ ਰੱਖਦਾ ਹੈ, ਇਸ ਦੀ ਚਿੰਤਾ ਛੱਡ ਕੇ ਵਿਚਾਰ ਵੀ ਉਸਦੇ ਦਿਲ ਵਿੱਚ ਨਹੀਂ ਸੀ ਫੁਰ ਸਕਦੀ। ਉਹ ਬਸ ਇੰਨਾ ਹੀ ਜਾਣਦਾ ਸੀ ਕਿ ਉਹ ਜੋ ਕੁਝ ਕਰ ਰਿਹਾ ਹੈ ਇਹੋ ਠੀਕ ਹੈ, ਇਹ ਕਦੇ ਗਲਤ ਨਹੀਂ ਹੋ ਸਕਦਾ। ਇਸ ਤੋਂ ਛੁੱਟ ਦੋਸਤੀ ਗੰਢਣ ਦਾ ਹੁਨਰ ਵੀ ਚੰਗਾ ਜਾਣਦਾ ਸੀ ਤੇ ਉਹ ਵੀ ਮਾੜਿਆਂ ਮੋਟਿਆਂ ਨਾਲ ਨਹੀਂ, ਵੱਡਿਆਂ ਨਾਲ। ਭਾਵੇਂ ਅਗਲਾ ਉਹਨੂੰ ਤਾਸ਼ ਦੇ ਜੋਕਰ ਤੋਂ ਵੱਧ ਨਾ ਸਮਝੇ। ਬਹੁਤੇ ਲੋਕੀ ਉਸਨੂੰ ਦੋਸਤ ਬਣਾਉਣੋਂ ਇਸ ਲਈ ਵੀ ਸੰਕੋਚ ਨਹੀਂ ਸਨ ਕਰਦੇ ਕਿ ਉਹ ਹਰ ਇੱਕ ਦੇ ਹਾਸੇ ਟਿਚਕਰ ਦਾ ਮਸਾਲਾ ਸੀ। ਇਸ ਤੋਂ ਛੁੱਟ ਹਰ ਇੱਕ ਉਸਨੂੰ ਬੁੱਧੂ ਬਣਾ ਕੇ ਖਾ ਸਕਦਾ ਸੀ। ਸ਼ਾਹ ਖਰਚੀ ਵਿੱਚ ਤਾਂ ਦੂਜਾ ਨਵਾਬ ਵਾਜਿਦ ਅਲੀ ਸ਼ਾਹ ਸੀ। ਇੱਕ ਵਾਰੀ ਇੰਨਾ ਆਖ ਦਿਓ ਕਿ ਵਾਹ ਸਰਦਾਰ ਸੋਹਣ ਸਿਆਂ, ਨਹੀਂ ਰੀਸਾਂ ਤੇਰੀਆਂ, ਤੂੰ ਬੜਾ ਦੁਰਲਾ ਏ, ਫਿਰ ਭਾਵੇਂ ਉਸਦੇ ਬਟੂਏ ਨੂੰ ਮਿੰਟਾਂ ਸਕਿੰਟਾਂ ਵਿੱਚ ਖਾਲੀ ਕਰਵਾ ਲਓ। ਅੱਜ ਕੱਲ੍ਹ ਦੋਹਾਂ ਧਿਰਾਂ ਦੇ ਦਿਨ ਆਪੋ ਆਪਣੇ ਥਾਂ ਚੰਗੇ ਬੀਤ ਰਹੇ ਸਨ। ਲਾਹੌਰ ਵਿੱਚ ਬੈਠਾ ਸੋਹਣ ਸਿੰਘ ਜੱਜ ਸਾਹਿਬ ਦੀ ਕਮਾਈ ਉੱਤੇ ਗੁਲਸ਼ਰਰੇ ਉਡਾ ਰਿਹਾ ਸੀ, ਪਰ ਕਿਰਾਏ ਦੀ ਆਮਦਨੀ ਉੱਤੇ ਸੋਹਣ ਸਿੰਘ ਨੇ ਕਦੇ ਵੀ ਸਬਰ ਨਹੀਂ ਕੀਤਾ। ਹਰ ਮਹੀਨੇ ਹੋਰ ਭੇਜੋ ਦੀਆਂ ਚਿੱਠੀਆਂ ਜਾਂਦੀਆਂ ਰਹਿੰਦੀਆਂ। ਮਾਂ ਉਸਦੀ ਭਾਵੇਂ ਸੱਕੀ ਨਹੀਂ ਸੀ, ਪਰ ਉਸਦਾ ਮੋਹ ਸੋਹਣ ਸਿੰਘ ਨਾਲ ਬੇਉੜਕ ਸੀ। ਇਹੋ ਕਾਰਨ ਹੈ ਕਿ ਉਸਨੇ ਉਸ ਲਈ ਪੁਸ਼ਪਾ ਨੂੰ ਪਸੰਦ ਕੀਤਾ। ਪੁਸ਼ਪਾ ਦੀ ਮਾਂ ਨਾਲ ਗੁਲਾਬ ਕੌਰ ਦਾ ਕਾਫੀ ਸੁਹੇਲ ਸੀ। ਗੁਲਾਬ ਕੌਰ ਨੇ ਪੁਸ਼ਪਾ ਦੀ ਮਾਂ ਨੂੰ ਹੌਲੀ-ਹੌਲੀ ਟਟੋਲਣਾ ਸ਼ੁਰੂ ਕਰ ਦਿੱਤਾ। ਨਾਲ ਹੀ ਸੋਹਣ ਸਿੰਘ ਦੀਆਂ ਤਾਰੀਫਾਂ ਦੇ ਪੁੱਲ ਬੰਨਣ ਲੱਗੀ ਤੇ ਉਸਨੂੰ BA ਪਾਸ ਪ੍ਰਗਟ ਕੀਤਾ। ਸੋਹਣ ਸਿੰਘ ਨੇ ਆਪਣੇ ਆਪ ਨੂੰ ਲਾਹੌਰ ਦੇ ਵੱਡੇ ਅਮੀਰਾਂ ਵਿੱਚੋਂ ਪ੍ਰਗਟ ਕਰਨ ਲਈ ਉਸਨੇ ਵੰਨ-ਸਵੰਨੇ ਸੂਟ ਬਣਵਾਏ ਤੇ ਪੁਸ਼ਪਾ ਦੇ ਘਰ ਅੱਗੇ ਫੇਰੇ ਮਾਰਨੇ ਸ਼ੁਰੂ ਕਰ ਦਿੱਤੇ। ਇਹਨਾਂ ਦਿਨਾਂ ਵਿੱਚ ਕੁਦਰਤੀ ਹੀ ਸੋਹਣ ਸਿੰਘ ਦੇ ਮਨੋਰਥ ਨੂੰ ਇੱਕ ਐਸੀ ਮਦਦ ਮਿਲ ਗਈ ਕਿ ਉਸਦਾ ਰਸਤਾ ਕਿਸੇ ਹੱਦ ਤੱਕ ਸਾਫ਼ ਹੋ ਗਿਆ। ਅਰਥਾਤ ਮੁਨਸ਼ੀ ਨਰੈਣ ਸਿੰਘ ਦੇ ਦਿਲ ਵਿੱਚ ਆਪਣੇ ਲੜਕੇ ਨੂੰ ਸਬ ਇੰਸਪੈਕਟਰ ਭਰਤੀ ਕਰਾਉਣ ਦੀ
ਬਹੁਤ ਚਿਰ ਤੋਂ ਰੀਸ ਸੀ ਤੇ ਉਹ ਇਸ ਕੰਮ ਵਿੱਚ ਬੜੀ ਸਰਗਰਮੀ ਨਾਲ ਜੁਟਿਆ ਰਹਿੰਦਾ ਸੀ। ਜਿੱਥੋਂ ਤੀਕ ਉਸਦੀ ਪਹੁੰਚ ਸੀ ਉਸਨੇ ਸਿਫਾਰਸ਼ਾਂ ਦੀ ਭਰਮਾਰ ਸ਼ੁਰੂ ਕੀਤੀ, ਪਰ ਉਸਨੂੰ ਸਫਲਤਾ ਨਾ ਹੋਈ। ਅਖੀਰ ਘੋਖਦਿਆਂ ਉਸਨੂੰ ਔੜ ਮਿਲੀ ਕਿ ਸਰਦਾਰ ਉਜਾਗਰ ਸਿੰਘ, ਜਿਹੜਾ ਅੱਜਕੱਲ੍ਹ ਲਖਨਊ ਵਿੱਚ ਸਬ ਜੱਜ ਲੱਗਾ ਹੋਇਆ ਹੈ, ਪੰਜਾਬ ਕਮਿਸ਼ਨਰ ਦਾ ਚੰਗਾ ਦੋਸਤ ਹੈ। ਜੇ ਉਸਦੀ ਸਿਫਾਰਸ਼ ਲੜ ਜਾਵੇ ਤਾਂ ਬੇੜਾ ਪਾਰ ਹੈ। ਘਰ ਵਿੱਚ ਇੱਕ ਦਿਨ ਗੱਲਾਂ ਕਰਦਿਆਂ ਉਸਨੂੰ ਪਤਾ ਲੱਗਾ ਕਿ ਸਰਦਾਰ ਉਜਾਗਰ ਸਿੰਘ ਦੀ ਵਹੁਟੀ ਤਾਂ ਪੁਸ਼ਪਾ ਦੀ ਮਾਂ ਪਾਸ ਅਕਸਰ ਆਉਂਦੀ ਜਾਂਦੀ ਹੈ, ਤਾਂ ਖੁਸ਼ੀ ਨਾਲ ਮੁਨਸ਼ੀ ਹੋਰਾਂ ਦਾ ਦਿਲ ਬਾਗੋ ਬਾਗ ਹੋ ਗਿਆ। ਉਸੇ ਦਿਨ ਪੁਸ਼ਪਾ ਦੀ ਮਾਂ ਨੇ ਗੁਲਾਬ ਕੌਰ ਨਾਲ ਇਸ ਗੱਲ ਦਾ ਜ਼ਿਕਰ ਕੀਤਾ। ਗਰਜੀ ਨੂੰ ਗਰਜੀ ਦਾ ਮਿਲਣਾ ਮਨੋਰਥ ਸਿੱਧੀ ਦਾ ਸਭ ਤੋਂ ਵੱਡਾ ਜ਼ਰੀਆ ਹੁੰਦਾ ਹੈ। ਦੋਵੇਂ ਆਪੋ ਆਪਣੀ ਗਰਜ ਇੱਕ ਦੂਜੇ ਤੋਂ ਪੂਰੀ ਕਰਨੀ ਚਾਹੁੰਦੀਆਂ ਸਨ। ਅਖੀਰ ਕੌਲ ਕਰਾਰ ਪੱਕੇ ਹੋ ਗਏ ਕਿ ਮੈਂ ਤੇਰਾ ਕੰਮ ਕਰਾਂਗੀ, ਤੂੰ ਮੇਰਾ। ਪੁਸ਼ਪਾ ਦੀ ਮਾਂ ਨੇ ਪਤੀ ਦੇ ਕਹੇ ਅਨੁਸਾਰ ਗੁਲਾਬ ਕੌਰ ਨਾਲ ਜ਼ਬਾਨ ਕੀਤੀ ਕਿ ਜੇ ਉਹ ਜੱਜ ਸਾਹਿਬ ਨੂੰ ਕਹਿ ਕੇ ਪ੍ਰੀਤਮ ਸਿੰਘ ਨੂੰ ਇੰਸਪੈਕਟਰੀ ਦਵਾ ਦੇਣ ਤਾਂ ਖੁਸ਼ੀ ਨਾਲ ਪੁਸ਼ਪਾ ਦਾ ਸਾਕ ਉਸਦੇ ਮੁੰਡੇ ਨਾਲ ਕਰੇਗੀ। ਇਸ ਕੰਮ ਨੂੰ ਸਿਰੇ ਚੜਾਉਣ ਦੇ ਖਿਆਲ ਨਾਲ ਹੀ ਗੁਲਾਬ ਕੌਰ ਨੂੰ ਲਖਨਊ ਜਾਣਾ ਪਿਆ। ਸੋਹਣ ਸਿੰਘ ਨੂੰ ਉਹ ਘਰ ਛੱਡ ਕੇ ਲਖਨਊ ਚਲੀ ਗਈ ਤੇ ਜਾ ਕੇ ਪਤੀ ਨੂੰ ਸਾਰੀ ਗੱਲ ਸਮਝਾਈ। ਜੱਜ ਸਾਹਿਬ ਵੀ ਚਾਹੁੰਦੇ ਸਨ ਕਿ ਕਿਤੇ ਇਸ ਅਵਾਰਾ ਮੁੰਡੇ ਨੂੰ ਢੰਗਾ ਪੈ ਜਾਵੇ ਤਾਂ ਹੋ ਸਕਦਾ ਹੈ ਇਸ ਦੀਆਂ ਆਦਤਾਂ ਸੁਧਰ ਜਾਣ। ਸੋ ਸਿਫਾਰਿਸ਼ ਲਈ ਜਾ ਕੇ ਕਮਿਸ਼ਨਰ ਨੂੰ ਮਿਲਿਆ ਤੇ ਪ੍ਰੀਤਮ ਸਿੰਘ ਨੂੰ ਸਬ ਇੰਸਪੈਕਟਰ ਭਰਤੀ ਕਰਾਉਣ ਦਾ ਉਸ ਪਾਸੋਂ ਇਕਰਾਰ ਲੈ ਆਇਆ। ਅੰਕ 12ਵਾਂ। ਕਿਤਨਾ ਸਖਤ ਦਿਲ ਹੈ ਇਸ ਮਨੁੱਖ ਦਾ। ਨਿਰਮੋਹੀ ਨੇ ਇੱਕ ਸ਼ਬਦ ਵੀ ਇਹਨਾਂ 8 ਦਿਨਾਂ ਵਿੱਚ ਅਜਿਹਾ ਨਹੀਂ ਬੋਲਿਆ ਜਿਸ ਵਿੱਚ ਪਿਆਰ ਨਾ ਸਹੀ ਹਿੱਤ ਦੀ ਹੀ ਵਾਸ਼ਨਾ ਹੋਵੇ। ਕਾਸ਼ ਉਹ ਇੱਕ ਝਾਂਤੀ ਤਾਂ ਮਾਰ ਵੇਖਦਾ ਇਸ ਪਿਆਰ ਪਰੋਤੇ ਦਿਲ ਵਿੱਚ। ਉਸਦੀ ਬੋਲੀ ਵਿੱਚ ਮਿਠਾਸ ਹੈ, ਤੱਕਣੀ ਵਿੱਚ ਕੋਮਲਤਾ ਹੈ ਤੇ ਵਰਤਾਓ ਵਿੱਚ ਨਿੱਘ। ਪਰ ਜੇ ਉਸ ਪਾਸ ਅਨਹੋਦ ਹੈ ਤਾਂ ਕੇਵਲ ਪਿਆਰ ਦੀ। ਕੀ ਮੇਰੇ ਸਾਰੇ ਕਿਆਸ ਝੂਠੇ ਨਿਕਲੇ? ਕੀ ਮੈਂ ਇਸ ਦੀ ਚਿਤਵਨਾ ਵਿੱਚ ਦਿਨਾਂ ਤੇ ਰਾਤਾਂ ਦੀਆਂ ਘੜੀਆਂ ਨੂੰ ਬੇਚੈਨ ਕੀਤੀ ਰੱਖਦੀ ਸੀ? ਕੀ ਇਸੇ ਦੀ ਯਾਦ ਨੇ ਮੇਰੇ ਫੁਰਨੇ ਮੱਲੇ ਹੋਏ ਸਨ? ਅਫਸੋਸ, ਮੈਂ ਇਸ ਨੂੰ ਹਸਪਤਾਲ ਹੀ ਪਿਆ ਰਹਿਣ ਦਿੰਦੀ, ਘਰ ਨਾ ਲਿਆਉਂਦੀ ਤੇ ਮੈਂ ਅੱਗੇ ਵਾਂਗ ਹੀ ਇਸ ਦੀ ਕਲਪਤ ਮੂਰਤੀ ਦੀ ਪੂਜਾ ਕਰਦੀ ਰਹਿੰਦੀ। ਜਿਸ ਨੂੰ ਯਾਦ ਕਰਕੇ, ਜਿਸ ਦਾ ਖਿਆਲ ਕਰਕੇ ਮੈਨੂੰ ਸੁੱਖ ਮਿਲਦਾ ਸੀ, ਉਸ ਨੂੰ ਪ੍ਰਤੱਖ ਵੇਖ ਕੇ ਅੱਜ ਮੈਂ ਪਰੇਸ਼ਾਨ ਹਾਂ। ਮੇਰਾ ਪਿਆਰ ਸੋਲੇ ਬਣ ਨਿਕਲਦਾ ਹੈ, ਪਰ ਮੈਂ ਵੀ ਤਾਂ ਆਪਣੇ ਭਾਵਾਂ ਨੂੰ ਉਸ ਅੱਗੇ ਕਦੇ ਪ੍ਰਗਟ ਨਹੀਂ ਕੀਤਾ, ਉੱਕਾ ਇਸ਼ਾਰੇ ਮਾਤਰ ਵੀ ਨਹੀਂ ਕੀਤਾ। ਕੀ ਜਾਣੀਏ ਉਹ ਮੇਰੇ ਮਨੋਭਾਵਾਂ ਤੋਂ ਅਣਜਾਣ ਹੀ ਹੋਵੇ ਤਾਂ ਕਿ ਮੈਂ ਝੋਲੀ ਅੱਡ ਕੇ ਉਸ ਪਾਸੋਂ ਪ੍ਰੇਮ ਦੀ ਭਿੱਖਿਆ ਮੰਗਾ। ਇਹ ਕਦੀ ਨਹੀਂ ਹੋਵੇਗਾ। ਪੁਸ਼ਪਾ ਵਰਗੀ ਅਣਖ ਦੀ ਪੁਤਲੀ ਇਹੋ ਜਿਹਾ ਹੋਸ਼ਾਪਨ ਕਦੇ ਨਹੀਂ ਕਰ ਸਕਦੀ। ਜੀਵਨਪਨ ਦਾ ਸਭ ਤੋਂ ਆਖਰੀ ਪੜਾਅ ਤਾਂ ਮੌਤ ਹੀ ਹੈ ਨਾ। ਉਹ ਵੀ ਕਬੂਲ ਹੈ, ਪਰ ਇਹ ਕਦੀ ਨਹੀਂ ਹੋ ਸਕਦਾ ਕਿ ਉਹ ਚਾਹ ਠੰਡੀ ਹੋ ਗਈ। ਮੈਂ ਕਿਤਨੀ ਬੇਵਕੂਫ ਹਾਂ। ਸਵੇਰ ਦਾ ਵੇਲਾ ਸੀ, ਪਰ ਸੂਰਜ ਨੇ ਬੱਦਲਾਂ ਦੇ ਘੁੰਡ ਹੇਠੋਂ ਹਜੇ ਆਪਣਾ ਨੂਰਾਨੀ ਚਿਹਰਾ ਨੰਗਾ ਨਹੀਂ ਸੀ ਕੀਤਾ। ਪੁਸ਼ਪਾ ਜਿਸ ਤਰ੍ਹਾਂ ਉਹ ਬਰਾਬਰ 8 ਦਿਨਾਂ ਤੋਂ ਕਰ ਰਹੀ ਸੀ, ਟਰੇ ਵਿੱਚ ਚਾਹ ਤੇ ਕੁਝ ਖਾਣ ਦਾ ਸਮਾਨ ਰੱਖ ਕੇ ਮਹਾਤਮਾ ਸੇਵਾਦਾਸ ਦੇ ਕਮਰੇ ਵੱਲ ਚੱਲੀ ਸੀ, ਕਿਉਂਕਿ ਇਸ ਕੰਮ ਨੂੰ ਉਹ ਨੌਕਰ ਦੇ ਸਪੁਰਦ ਨਹੀਂ ਸੀ ਕਰਨਾ ਚਾਹੁੰਦੀ। ਰਸੋਈ ਵਿੱਚੋਂ ਹਜੇ ਉਹ ਪੈਰ ਨਹੀਂ ਸੀ ਕੱਢਿਆ ਕਿ ਉਪਰੋਕਤ ਖਿਆਲ ਨੇ ਉਸਦੇ ਕਦਮ ਜਿੱਥੇ ਹੈ ਸਨ ਉੱਥੇ ਹੀ ਰੋਕ ਲਏ। ਟਰੇ ਹੱਥ ਵਿੱਚ ਫੜੀ ਉਹ ਬੂਹੇ ਨਾਲ ਲੱਗੀ ਕਿੰਨਾ ਚਿਰ ਗੁੰਮ ਰਹੀ। ਅਖੀਰ ਚਾਹ ਦਾ ਧੂੰਆਂ ਉੱਠਣਾ ਬੰਦ ਹੋ ਗਿਆ। ਉਸਨੇ ਚਾਹ ਦਾ ਪਾਣੀ ਬਦਲ ਕੇ ਹੋਰ ਪਾਇਆ ਤੇ ਸੇਵਾਦਾਸ ਦੇ ਕਮਰੇ ਵੱਲ ਤੁਰ ਪਈ। ਅੰਦਰ ਪਹੁੰਚ ਕੇ ਪੁਸ਼ਪਾ ਨੇ ਜੋ ਕੁਝ ਵੇਖਿਆ, ਵੇਖਦਿਆਂ ਹੀ ਹੱਕੀ ਬੱਕੀ ਰਹਿ ਗਈ ਤੇ ਚਾਹ ਉਸਦੇ ਹੱਥੋਂ ਡਿੱਗਦੀ ਬਚੀ। ਸੇਵਾਦਾਸ ਆਪਣਾ ਬਿਸਤਰਾ ਬੰਨ ਰਿਹਾ ਸੀ ਤੇ ਉਸਦੇ ਜ਼ਖਮ ਚੋਂ ਸੱਜਰਾ ਲਹੂ ਸਿਮ ਰਿਹਾ ਸੀ, ਸ਼ਾਇਦ ਬਿਸਤਰੇ ਦੀਆਂ ਰੱਸੀਆਂ ਖਿੱਚਣ ਕਰਕੇ। ਹੈਂ, ਤੁਸੀਂ ਇਹ ਕੀ ਕਰ ਰਹੇ ਹੋ? ਪੁਸ਼ਪਾ ਨੇ ਘਬਰਾ ਕੇ ਪੁੱਛਿਆ ਤੇ ਹੱਥਲੇ ਸਮਾਨ ਨੂੰ ਮੇਜ਼ ਤੇ ਰੱਖ ਕੇ ਉਸਦੇ ਸਿਰ ਤੇ ਜਾ ਖਲੋਤੀ। ਉਸਨੇ ਝਟਪਟ ਆਪਣਾ ਦੁਪੱਟਾ ਸਿਰੋਂ ਉਤਾਰ ਕੇ ਪਾੜਿਆ ਤੇ ਲਹੂ ਸਿੰਮੀ ਪੱਟੀ ਖੋਲ ਕੇ ਨਵੀਂ ਬੰਨਣ ਲੱਗੀ। ਸੇਵਾਦਾਸ ਦੇ ਰੋਕਦਿਆਂ ਵੀ ਪੱਟੀ ਬੰਨਣ ਦੀ ਪੀੜ ਵਿੱਚ ਬਹੁਤ ਸਵਾਦ ਸੀ ਕਿ ਦੁਪੱਟੇ ਦੇ ਨੁਕਸਾਨ ਵਿੱਚ। ਇਸ ਬੁਝਾਰਤ ਨੂੰ ਕੋਈ ਪ੍ਰੇਮ ਦਿਲ ਹੀ ਬੁੱਝ ਸਕਦਾ ਹੈ। ਪੁਸ਼ਪਾ ਨੇ ਪੁੱਛਿਆ, ਤੁਸੀਂ ਬਿਸਤਰਾ ਬੰਨ ਰਹੇ ਹੋ, ਕਿੱਧਰ ਜਾਣ ਲਈ? ਉਹ ਚੋਖਾ ਚਿਰ ਚੁੱਪ ਰਿਹਾ, ਫਿਰ ਠੰਡਾ ਸਾਹ ਭਰ ਕੇ ਬੋਲਿਆ, ਨਿਰਾਸਤਾ ਦੇ ਦੇਸ਼। ਪੁਸ਼ਪਾ ਨੇ ਅਸਚਰਜ ਹੋ ਕੇ ਪੁੱਛਿਆ, ਇਸ ਦਾ ਮਤਲਬ? ਉਹ ਬੋਲਿਆ, ਸਮਝਣ ਦੀ ਲੋੜ ਵੀ ਨਹੀਂ। ਨਹੀਂ, ਮੈਂ ਜ਼ਰੂਰ ਪੁੱਛਾਂਗੀ। ਗੱਲ ਦਾ ਰੁੱਖ ਬਦਲ ਕੇ ਸੇਵਾਦਾਸ ਨੇ ਕਿਹਾ, ਪੁਸ਼ਪਾ ਦੇਵੀ, ਤੁਹਾਡਾ ਕੀ ਖਿਆਲ ਹੈ? ਮੇਰਾ ਜ਼ਖਮ ਹਜੇ ਹੋਰ ਕਿੰਨੇ ਕੁ ਦਿਨ ਲਵੇਗਾ? ਹੁਣ ਤੇ ਬਿਲਕੁਲ ਭਰ ਗਿਆ ਸੀ, ਪਰ ਤੁਹਾਡੀ ਅੱਜ ਦੀ ਹਰਕਤ ਨੇ ਫਿਰ ਕੁਝ ਦੇਰ ਪਾ ਦਿੱਤੀ ਜਾਪਦੀ ਏ। ਮੇਰਾ ਖਿਆਲ ਸੀ 5-4 ਦਿਨਾਂ ਵਿੱਚ ਤੁਸੀਂ ਪੱਟੀ ਖੋਲ ਸਕੋਗੇ, ਪਰ ਅਸਲ ਵਿੱਚ ਜ਼ਖਮ ਦੀ ਹਾਲਤ ਇੰਨੀ ਤਸੱਲੀ ਬਖਸ਼ ਨਹੀਂ ਜਿੰਨੀ ਪੁਸ਼ਪਾ ਨੇ ਦੱਸੀ ਸੀ। ਸੇਵਾਦਾਸ ਦਾ ਧੀਰਜ ਬਣਾਉਣ ਲਈ ਇਹ ਉਸਨੇ ਅਤਕਥਨੀ ਤੋਂ ਕੰਮ ਲਿਆ ਸੀ। ਉਹ ਬੋਲਿਆ,
ਤਾਂ ਤੇ ਮੇਰਾ ਖਿਆਲ ਹੈ ਮੈਂ ਹੁਣ ਰੇਲ ਦਾ ਸਫ਼ਰ ਕਰ ਸਕਾਂਗਾ। ਕਿਉਂ? ਰੇਲ ਦਾ ਸਫ਼ਰ? ਪੁਸ਼ਪਾ ਨੇ ਹੈਰਾਨੀ ਨਾਲ ਉਸ ਵੱਲ ਤੱਕ ਕੇ ਕਿਹਾ। ਤੁਸੀਂ ਕੀ ਕਹਿੰਦੇ ਹੋ ਸਵਾਮੀ ਜੀ? ਪੁਸ਼ਪਾ ਜੀ, ਮੈਂ ਬਹੁਤ ਛੇਤੀ ਜਾਣਾ ਚਾਹੁੰਦਾ ਹਾਂ, ਬੜੀ ਬੇਆਰਾਮੀ ਦੇ ਲਹਿਜੇ ਵਿੱਚ ਉਸਨੇ ਕਿਹਾ। ਸੁਣ ਕੇ ਪੁਸ਼ਪਾ ਦੇ ਚਿਹਰੇ ਉੱਤੇ ਇੱਕ ਪੀੜ ਜਿਹੀ ਦੀ ਰੇਖ ਝਲਕੀ। ਉਹ ਬੋਲੀ, ਨਹੀਂ ਨਹੀਂ, ਮੈਂ ਹਜੇ ਤੁਹਾਨੂੰ ਨਹੀਂ ਜਾਣ ਦਿਆਂਗੀ। ਤੁਸੀਂ ਇਤਨੀ ਛੇਤੀ ਨਹੀਂ ਜਾ ਸਕਦੇ। ਮੈਂ ਤੇ ਤੁਹਾਡਾ ਦਿਲ ਰੱਖਣ ਲਈ ਕਿਹਾ ਸੀ। ਹਜੇ ਘੱਟੋ ਘੱਟ 1 ਮਹੀਨਾ ਲੱਗੇਗਾ ਤੁਹਾਡਾ ਜ਼ਖਮ ਭਰਨ ਵਿੱਚ। ਤਾਂ ਮੈਨੂੰ ਕਿਸੇ ਹਸਪਤਾਲ ਵਿੱਚ ਦਾਖਲ ਹੋਣਾ ਚਾਹੀਦਾ ਹੈ, ਸੇਵਾਦਾਸ ਨੇ ਟੁੱਟੇ ਜਿਹੇ ਦਿਲ ਨਾਲ ਕਿਹਾ। ਕਿਉਂ ਪਰ? ਇੱਥੇ ਕਿਸੇ ਕਿਸਮ ਦੀ ਤਕਲੀਫ? ਜੇ ਇਸ ਡਾਕਟਰ ਉੱਤੇ ਤੁਹਾਨੂੰ ਤਸੱਲੀ ਨਹੀਂ ਤਾਂ ਅੱਜ ਬਾਪੂ ਹੋਰਾਂ ਨੂੰ ਆਖ ਕੇ ਕੋਈ ਹੋਰ ਡਾਕਟਰ ਲਾ ਲਵਾਂਗੀ। ਨਹੀਂ, ਸੇਵਾਦਾਸ ਨੇ ਸੰਕੋਚਵੇਂ ਸ਼ਬਦਾਂ ਵਿੱਚ ਕਿਹਾ। ਡਾਕਟਰ ਤੇ ਇਹ ਵੀ ਮਾੜਾ ਨਹੀਂ। ਫੇਰ? ਸੇਵਾਦਾਸ ਕੁਝ ਨਾ ਬੋਲਿਆ। ਇਸ ਵੇਲੇ ਪੁਸ਼ਪਾ ਨੂੰ ਹੇਠੋਂ ਮਾਂ ਨੇ ਕਿਸੇ ਕੰਮ ਲਈ ਆਵਾਜ਼ ਦਿੱਤੀ ਤੇ ਉਸਨੂੰ ਇਹ ਮਾਮਲਾ ਵਿੱਚ ਹੀ ਛੱਡ ਕੇ ਥੱਲੇ ਜਾਣਾ ਪਿਆ। ਪਰ ਦਿਲ ਉਹਦਾ ਡਾਢਾ ਬੇਚੈਨ ਸੀ। ਪੌੜੀਆਂ ਉਤਰਦੀ ਉਹ ਇਹੋ ਸੋਚਦੀ ਜਾਂਦੀ ਸੀ, ਪਤਾ ਨਹੀਂ ਸੇਵਾ ਟਹਿਲ ਵਿੱਚ ਕੋਈ ਕਸਰ ਰਹਿ ਗਈ ਜਾਂ ਖਬਰੇ ਦਿਲ ਵੇਗ ਵਿੱਚ ਕਦੇ ਮੇਰੇ ਮੂੰਹੋਂ ਹੀ ਕੋਈ ਅਯੋਗ ਗੱਲ ਨਿਕਲ ਗਈ ਹੋਵੇ। ਕਹਿ ਸੁਣ ਕੇ ਪੁਸ਼ਪਾ ਨੇ ਸੇਵਾਦਾਸ ਨੂੰ 2-3 ਦਿਨਾਂ ਲਈ ਰੋਕ ਹੀ ਲਿਆ। 4-5 ਦਿਨ ਹੋਰ ਬੀਤ ਗਏ ਪਰ ਕੋਸ਼ਿਸ਼ ਕਰਨ ਤੇ ਵੀ ਉਸਨੂੰ ਉਦਣ ਵਾਲੀ ਵਿੱਚੇ ਛੱਡੀ ਗੱਲ ਨੂੰ ਮੁੜ ਕੇ ਚਲਾਉਣ ਦਾ ਮੌਕਾ ਨਾ ਮਿਲਿਆ। ਪੁਸ਼ਪਾ ਦੀ ਜ਼ੁਬਾਨ ਤੀਕ ਆਈਆਂ ਗੱਲਾਂ ਰੁਕ ਜਾਂਦੀਆਂ ਸਨ। ਸ਼ਾਮ ਦਾ ਵੇਲਾ ਸੀ। ਪੁਸ਼ਪਾ ਦੇ ਮਾਂ ਤੇ ਪਿਓ ਕਿਸੇ ਦੇ ਘਰੇ ਗਏ ਹੋਏ ਸਨ, ਕਿਸੇ ਜ਼ਰੂਰੀ ਕੰਮ ਲਈ। ਪੁਸ਼ਪਾ ਘਰ ਵਿੱਚ ਇਕੱਲੀ ਸੀ ਤੇ ਜਾਂ ਰਸੋਈ ਵਿੱਚ ਨੌਕਰ ਰੋਟੀ ਬਣਾ ਰਿਹਾ ਸੀ। ਉਸਨੇ ਸੋਚਿਆ, ਸੇਵਾਦਾਸ ਨਾਲ ਨਿਰਸੰਕੋਚ ਹੋ ਕੇ ਗੱਲਾਂ ਕਰਨ ਦਾ ਚੰਗਾ ਮੌਕਾ ਏ। ਉਹ ਉਸਦੇ ਕਮਰੇ ਵਿੱਚ ਪਹੁੰਚੀ। ਅੱਗੇ ਸੇਵਾਦਾਸ ਆਰਾਮ ਕੁਰਸੀ ਤੇ ਢਾਸਣਾ ਲਾਈ ਕਿਸੇ ਡੂੰਘੀ ਚਿੰਤਾ ਵਿੱਚ ਲੀਨ ਸੀ। ਪੁਸ਼ਪਾ ਦੇ ਆਉਣ ਤੇ ਤਰਬਕ ਪਿਆ। ਪੁਸ਼ਪਾ ਨੇ ਥੋੜੀ ਜਿਹੀ ਮੁਸਕਰਾਹਟ ਨਾਲ ਪੁੱਛਿਆ, ਕੀ ਸੋਚ ਰਹੇ ਹੋ ਅੱਜ ਇਸ ਤਰ੍ਹਾਂ? ਕੁਝ ਨਹੀਂ, ਸੇਵਾਦਾਸ ਨੇ ਉਸ ਵੱਲ ਤੱਕ ਕੇ ਕਿਹਾ। ਇਹ ਸੋਚ ਰਿਹਾ ਸਾਂ ਕਿ ਹੁਣ ਮੈਂ ਚੰਗਾ ਭਲਾ ਹਾਂ, ਮੈਨੂੰ ਜਾਣਾ ਚਾਹੀਦਾ ਏ। ਕਿੱਥੇ? ਜਿੱਥੇ ਕਿਸਮਤ ਲੈ ਜਾਏਗੀ। ਪਰ ਹਜੇ ਤੇ ਤੁਹਾਡਾ ਜ਼ਖਮ। ਵਿੱਚੋਂ ਹੀ ਸੇਵਾਦਾਸ ਬੋਲਿਆ, ਜ਼ਖਮ ਦੀ ਹਾਲਤ ਖਾਸੀ ਚੰਗੀ ਹੈ। ਪਰ ਤੁਸੀਂ ਜਾਣ ਦੀ ਕਿਉਂ ਇਤਨੀ ਕਾਹਲੀ ਮਚਾ ਰਹੇ ਹੋ? ਸੱਚ ਦੱਸੋ। ਸੇਵਾਦਾਸ ਨੇ ਕੋਈ ਉੱਤਰ ਨਾ ਦਿੱਤਾ। ਉਸ ਦੀ ਨਜ਼ਰ ਇਸ ਤਰ੍ਹਾਂ ਟਿਕੀ ਹੋਈ ਸੀ ਜਿਵੇਂ ਅੱਖਾਂ ਪੱਥਰ ਦੀਆਂ ਬਣੀਆਂ ਹੋਈਆਂ ਹੋਣ। ਉਸ ਫਿਰ ਪੁੱਛਿਆ, ਨਹੀਂ ਦੱਸੋਗੇ? ਚੰਗਾ, ਮੈਂ ਨਹੀਂ ਪੁੱਛਦੀ। ਤੇ ਪੁਸ਼ਪਾ ਦੀਆਂ ਅੱਖਾਂ ਵਿੱਚੋਂ ਹੰਝੂ ਡੁਲਕਣ ਲੱਗੇ। ਪਾਣੀ ਦੇ ਹੜ ਅੱਗੇ ਅੱਗ ਦਾ ਵੱਡੇ ਤੋਂ ਵੱਡਾ ਭਾਂਬੜ ਵੀ ਬੁੱਝ ਜਾਂਦਾ ਹੈ ਤੇ ਸਾਰੀ ਅੱਗ ਕੁਝ ਚਿਰ ਲਈ ਧੂਏ ਦੇ ਰੂਪ ਵਿੱਚ ਵੱਟ ਜਾਂਦੀ ਹੈ। ਸੇਵਾਦਾਸ ਦਾ ਵੀ ਹੰਝੂਆਂ ਦੇ ਹੜ ਨੇ ਇਹੋ ਹਾਲ ਕੀਤਾ। ਉਸ ਦੇ ਹਿਰਦੇ ਦੀ ਅੱਗ ਧੂਆਂ ਬਣ ਕੇ ਇਸ ਤਰ੍ਹਾਂ ਨਿਕਲੀ। ਤੁਸੀਂ ਜ਼ਰੂਰ ਪੁੱਛ ਕੇ ਛੱਡੋਗੇ ਪੁਸ਼ਪਾ ਦੇਵੀ? ਜੀ ਹਾਂ, ਜ਼ਰੂਰ। ਆਸ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਪੁਸ਼ਪਾ ਨੇ ਕਿਹਾ। ਚੰਗਾ, ਇੱਕ ਵਚਨ ਦਿਓ। ਕੀ? ਕਿ ਪੁੱਛਣ ਤੋਂ ਬਾਅਦ ਮੈਨੂੰ ਜਾਣ ਤੋਂ ਨਹੀਂ ਰੋਕੋਗੇ, ਪਰ ਜਦ ਤੱਕ ਤੁਸੀਂ ਤੰਦਰੁਸਤ ਨਾ ਹੋ ਜਾਓ। ਤੁਸਾਂ ਪੁਸ਼ਪਾ ਜੀ ਆਪ ਹੀ ਤਾਂ ਉਦੋਂ ਕਿਹਾ ਸੀ ਕਿ 4-5 ਦਿਨ ਤੱਕ ਜ਼ਖਮ ਮਿਲ ਜਾਏਗਾ। ਸੋ ਅੱਜ 5ਵਾਂ ਦਿਨ ਹੈ। ਮੈਂ ਝੂਠ ਬੋਲਿਆ ਸੀ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਝੂਠ ਦੀ ਸਜ਼ਾ ਭੁਗਤਣੀ ਪਵੇਗੀ। ਤੁਹਾਡੇ ਵਰਗੀਆਂ ਦੇਵੀਆਂ ਨੂੰ ਝੂਠ ਨਹੀਂ ਸ਼ੋਭਦਾ। ਭੁਗਤਾਂਗੀ। ਉਹ ਇਹ ਸਜ਼ਾ ਹੋਵੇਗੀ ਕਿ ਮੇਰੇ ਦਿਲ ਦਾ ਹਾਲ ਸੁਣਨ ਤੋਂ ਬਾਅਦ ਮੈਨੂੰ ਛੁੱਟੀ ਦਿੱਤੀ ਜਾਵੇ। ਪੁਸ਼ਪਾ ਦੁਵਿਧਾ ਵਿੱਚ ਫਸ ਗਈ। ਆਪਣੇ ਤਣੇ ਹੋਏ ਜਾਲ ਵਿੱਚ ਆਪ ਹੀ ਫਸ ਗਈ। ਪਰ ਝੱਟ ਬੋਲੀ, ਤੁਹਾਡੇ ਖਿਆਲ ਵਿੱਚ ਝੂਠ ਬੋਲਣਾ ਪਾਪ ਹੈ? ਬੜਾ ਭਾਰੀ। ਤੇ ਇਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ? ਜ਼ਰੂਰ। ਜੇ ਮੈਂ ਤੁਹਾਡਾ ਕੋਈ ਝੂਠ ਫੜ ਲਵਾਂ ਤਾਂ ਕੀ ਮੈਂ ਤੁਹਾਨੂੰ ਸਜ਼ਾ ਦੇ ਸਕਦੀ ਹਾਂ? ਬੇਸ਼ੱਕ। ਖਿਮਾ ਕਰਨਾ, ਮੈਂ ਵੀ ਤੁਹਾਡਾ ਝੂਠ ਫੜਿਆ ਹੈ। ਕਿਹੜਾ? ਤੁਸੀਂ ਉਸ ਦਿਨ ਹਸਪਤਾਲ ਵਿੱਚ ਪੁਲਿਸ ਅਫਸਰ ਦੇ ਸਾਹਮਣੇ ਬੋਲਿਆ ਸੀ, ਵੀਰਾ ਜੀ ਨੇ ਮੈਨੂੰ ਦੱਸਿਆ ਸੀ। ਬੇਸ਼ੱਕ ਬੋਲਿਆ ਸੀ, ਪਰ ਉਹ ਕਿਸੇ ਦੀ ਜਾਨ ਬਚਾਉਣ ਲਈ ਸੀ। ਮੈਂ ਵੀ ਇਹ ਝੂਠ ਕਿਸੇ ਦੀ ਜਾਨ ਬਚਾਉਣ ਲਈ ਬੋਲਿਆ ਸੀ, ਅਰਥਾਤ ਮੇਰੀ ਜਾਨ ਬਚਾਉਣ ਲਈ। ਪਰ ਪੁਸ਼ਪਾ ਦੇਵੀ, ਮੇਰੀ ਜਾਨ ਇਤਨੀ ਕੋਮਲ ਨਹੀਂ ਕਿ ਇਸ ਜ਼ਖਮ ਦੀ ਤਕਲੀਫ ਨਾਲ ਨਿਕਲ ਜਾਂਦੀ। ਅਲਬੱਤਾ ਇੱਕ ਹੋਰ ਅਜਿਹਾ ਜ਼ਖਮ ਹੈ ਜਿਸ ਦੇ ਕਾਰਨ ਇੱਥੇ ਜਾਨ ਦਿਨੋਂ ਦਿਨ ਖਤਰੇ ਵਿੱਚ ਪੈ ਰਹੀ ਹੈ। ਸੋ ਜੇ ਤੁਸੀਂ ਮੇਰੀ ਜਾਨ ਬਚਾਉਣੀ ਚਾਹੁੰਦੇ ਹੋ ਤਾਂ ਮੈਨੂੰ ਅੱਜ ਹੀ ਇਸ ਵੇਲੇ ਛੁੱਟੀ ਦਿਓ। ਮੇਰਾ ਯਤਨ ਇਤਨਾ ਤੁਹਾਡਾ ਜਾਨ ਬਚਾਉਣ ਦਾ ਨਹੀਂ ਸੀ ਜਿੰਨਾ ਕਿਸੇ ਹੋਰ ਦੀ ਜਾਨ ਬਚਾਉਣ ਲਈ। ਕੀ ਮਤਲਬ? ਮਤਲਬ ਫਿਰ ਦੱਸਾਂਗੀ। ਪਹਿਲਾਂ ਇਹ ਦੱਸ ਲਓ ਕਿ ਇੱਥੇ ਤੁਹਾਡੀ ਜਾਨ ਕਿਉਂ ਖਤਰੇ ਵਿੱਚ ਹੈ। ਜਾਨ ਹੀ ਨਹੀਂ, ਸਭ ਕੁਝ, ਵਰਤਮਾਨ ਵੀ ਤੇ ਭਵਿੱਖ ਵੀ। ਐਨੀ ਕੁ ਬੁਝਾਰਤ ਤਾਂ ਮੇਰੇ ਪੱਲੇ ਕੱਖ ਵੀ ਨਾ ਪਿਆ। ਪੁਸ਼ਪਾ ਦੇਵੀ, ਇਸ ਤੋਂ ਵੱਧ ਸ਼ਾਇਦ ਮੈਂ ਤੁਹਾਨੂੰ ਕੁਝ ਨਾ ਦੱਸ ਸਕਾਂ। ਖਿੱਚ ਕੇ ਪੁਸ਼ਪਾ ਉੱਠ ਬੈਠੀ ਤੇ ਬੋਲੀ, ਤੇ ਮੈਂ ਹੁਣ ਪੁੱਛਣਾ ਵੀ ਨਹੀਂ ਚਾਹੁੰਦੀ। ਫਿਰ ਉਹੀ ਅਥਰੂਆਂ ਦੀ ਝੜੀ।
ਸੇਵਾਦਾਸ ਕਹਿਣ ਲੱਗਾ, ਤੁਹਾਡਾ ਮਤਲਬ ਹੈ ਕੁਝ ਦੱਸਣ ਦੇ ਥਾਂ ਮੈਂ ਆਪਣਾ ਦਿਲ ਹੀ ਖੋਲ ਕੇ ਤੁਹਾਡੇ ਅੱਗੇ ਰੱਖ ਦਿਆਂ। ਕੀ ਤੁਸੀਂ ਇਹੋ ਚਾਹੁੰਦੇ ਹੋ? ਪੁਸ਼ਪਾ ਬੈਠ ਗਈ। ਸੇਵਾਦਾਸ ਨੇ ਆਪਣੇ ਜ਼ਖਮੀ ਦਿਲ ਦੇ ਤੋਪੇ ਇਸ ਤਰ੍ਹਾਂ ਤੋੜਨੇ ਸ਼ੁਰੂ ਕੀਤੇ। ਪੁਸ਼ਪਾ ਦੇਵੀ, ਤੁਸੀਂ ਮੈਨੂੰ ਜੋ ਕੁਝ ਵੇਖ ਰਹੀ ਹੋ, ਅਸਲ ਵਿੱਚ ਮੈਂ ਇਹੋ ਕੁਝ ਨਹੀਂ ਹਾਂ। ਅੱਜ ਤੋਂ ਕੁਝ ਵਰ੍ਹੇ ਪਹਿਲਾਂ ਮੈਂ ਵੀ ਇੱਕ ਘਰ ਦਾ ਮਾਲਕ ਸਾਂ ਤੇ ਨਾਲ ਹੀ ਸਰਕਾਰੀ ਮਹਿਕਮੇ ਵਿੱਚ ਹੈਲਥ ਅਫਸਰ। ਮੇਰਾ ਅਸਲੀ ਨਾਂ ਸੁੰਦਰਦਾਸ ਹੈ। ਪੁਸ਼ਪਾ ਸਹਿਮੀ ਹੈਰਾਨੀ ਵਾਂਗ ਸੁਣਨ ਲੱਗੀ। ਉਹ ਬੋਲਦਾ ਗਿਆ, ਮੈਂ ਆਪਣੀ ਜ਼ਿੰਦਗੀ ਵਿੱਚ ਕੇਵਲ ਇੱਕੋ ਲੜਕੀ ਵੇਖੀ ਸੀ ਜਿਹੜੀ ਮੈਂ ਸਮਝਦਾ ਸਾਂ ਕੁਦਰਤ ਨੇ ਸਿਰਫ ਮੇਰੇ ਲਈ ਪੈਦਾ ਕੀਤੀ ਸੀ। ਮੈਂ ਉਸਨੂੰ ਪਿਆਰ ਕੀਤਾ ਸੀ ਸਾਰੇ ਦਿਲ ਨਾਲ, ਪਰ ਕਿਸਮਤ ਨੇ ਉਹ ਮੈਥੋਂ ਖੋਹ ਕੇ ਕਿਸੇ ਨਿਰਾਦਰੇ, ਕਿਸੇ ਵਹਿਸ਼ੀ ਦਰਿੰਦੇ ਦੇ ਹਵਾਲੇ ਕਰ ਦਿੱਤੀ, ਜਿਸ ਨੇ ਉਸ ਸਵਰਗੀ ਫੁੱਲ ਨੂੰ ਪੈਰਾਂ ਹੇਠ ਮਿੱਧ ਸੁੱਟਿਆ, ਉਸਨੂੰ ਰੋਲ ਕੇ ਤਸੀਹੇ ਦੇ ਕੇ ਮਾਰ ਦਿੱਤਾ। ਮੇਰੀ ਉਸ ਪ੍ਰੀਤਮ ਦਾ ਨਾਂ ਸੀ ਸ਼ਾਂਤੀ, ਦੀ ਜਿਉਂਦੀ ਜਾਗਦੀ ਮੂਰਤ ਸੀ। ਉਸ ਦੇ ਬਦਲੇ ਵਿੱਚ ਧੋਖੇਬਾਜ਼ ਕਿਸਮਤ ਨੇ ਮੈਨੂੰ ਕੀ ਦਿੱਤਾ? ਹੀਰਿਆਂ ਦੀ ਲੜੀ ਮੇਰੇ ਗਲੇ ਚੋਂ ਤੋੜ ਕੇ ਉਸ ਦੇ ਥਾਂ ਉਸਤਰਿਆਂ ਦੀ ਮਾਲਾ ਪਾ ਦਿੱਤੀ। ਮੇਰਾ ਸੰਯੋਗ ਇੱਕ ਅਜਿਹੀ ਇਸਤਰੀ ਨਾਲ ਕਰ ਦਿੱਤਾ ਗਿਆ ਜਿਸ ਦਾ ਖਿਆਲ ਕਰਕੇ ਵੀ ਮੈਂ ਕੰਬ ਉੱਠਦਾ ਹਾਂ। ਕਿਸਮਤ ਤੇ ਸਮਾਜ ਦਾ ਬੱਧਾ ਮੈਂ ਸੁਸ਼ੀਲਾ ਨੂੰ ਵਿਆਹ ਲਿਆਇਆ, ਪਰ ਮੈਂ ਇੱਕ ਦਿਨ ਵੀ ਉਸ ਪਾਸੋਂ ਸੁੱਖ ਦਾ ਸਾਹ ਨਾ ਲੈ ਸਕਿਆ ਤੇ ਨਾ ਹੀ ਦੇ ਸਕਿਆ। ਉਸ ਨੇ ਕੁਆਰੀ ਹੁੰਦਿਆਂ ਹੀ ਆਪਣੀ ਇਸਤਰੀ ਪੁਣਾ ਇੱਕ ਦੁਰਾਚਾਰੀ ਪਾਸ ਵੇਚ ਛੱਡਿਆ ਸੀ, ਜਿਸ ਨੇ ਮੇਰੀ ਸ਼ਾਂਤੀ ਨਾਲ ਲਾਵਾਂ ਲਈਆਂ ਸਨ। ਕਿਉਂਕਿ ਮੈਂ ਇੱਕ ਹੰਢਿਆ ਵਰਤਿਆਂ ਡਾਕਟਰ ਸਾਂ, ਇਸ ਲਈ ਮੈਂ ਸੁਸ਼ੀਲਾ ਦੇ ਡੋਲੀ ਚੋਂ ਪੈਰ ਕੱਢਦਿਆਂ ਹੀ ਉਸ ਦੇ ਪਾਪ ਨੂੰ ਜਾਂਚ ਲਿਆ। ਖਬਰੇ ਆਪਣੇ ਪਾਪ ਪਰਿਣਾਮ ਦਾ ਉਸ ਨੂੰ ਆਪਣੇ ਆਪ ਨੂੰ ਉਸ ਵੇਲੇ ਤੱਕ ਪਤਾ ਲੱਗਾ ਕਿ ਨਹੀਂ, ਪਰ ਮੈਨੂੰ ਸਮਝਣ ਵਿੱਚ ਚਿਰ ਨਾ ਲੱਗਾ। ਮੈਨੂੰ ਉਹਦੀ ਹਾਲਤ ਤੇ ਰਹਿਮ ਆਉਂਦਾ ਸੀ। ਜੇ ਗੁੱਸਾ ਸੀ ਤਾਂ ਆਪਣੀ ਕਿਸਮਤ ਉੱਤੇ। ਕੁਝ ਦਿਨਾਂ ਬਾਅਦ ਸੁਸ਼ੀਲਾ ਆਪਣੇ ਭੈਣ ਭਣਵਈਏ ਕੋਲ ਚਲੀ ਗਈ ਤੇ ਉਸ ਤੋਂ 2.5 ਮਹੀਨੇ ਬਾਅਦ ਮੈਨੂੰ ਉਸ ਦੀ ਮੌਤ ਦੀ ਚਿੱਠੀ ਪੁੱਜੀ। ਮੈਂ ਨਹੀਂ ਕਹਿ ਸਕਦਾ ਕਿ ਇਸ ਮੌਤ ਦਾ ਕਾਰਨ ਕੀ ਸੀ। ਮੇਰਾ ਦਿਲ ਸੰਸਾਰ ਵੱਲੋਂ ਉਪਰਾਮ ਹੋ ਗਿਆ। ਇੱਕ ਭੈਣ ਦਾ ਦਮ ਸੀ, ਉਹ ਵੀ ਮੌਤ ਦਾ ਚਬੀਨਾ ਬਣ ਗਈ। ਬਾਕੀ ਸਨ 2 ਭਣੇਵੇਂ। ਉਹਨਾਂ ਦੇ ਪੜ੍ਹਨ ਦਾ ਪ੍ਰਬੰਧ ਕਰਕੇ ਮੈਂ ਦੁਨਿਆਵੀ ਝਮੇਲਿਆਂ ਤੋਂ ਕਿਨਾਰਾ ਕਸ਼ੀ ਕਰ ਲਈ ਤੇ ਸਾਰੀ ਉਮਰ ਇਕੱਲਾ ਰਹਿਣ ਦਾ ਪ੍ਰਣ ਕਰਕੇ ਮੈਂ ਘਰੋਂ ਨਿਕਲ ਤੁਰਿਆ। ਰੋਟੀ ਕੱਪੜੇ ਦੀ ਮੈਨੂੰ ਚਿੰਤਾ ਨਹੀਂ। ਉਸ ਵੇਲੇ ਤੱਕ ਮੇਰਾ ਇਤਨਾ ਰੁਪਈਆ ਬੈਂਕ ਵਿੱਚ ਜਮ੍ਹਾਂ ਸੀ, ਜਿਸ ਦੇ ਵਿਆਜ ਨਾਲ ਮੈਂ ਆਪਣੇ ਖਰਚ ਤੋਂ ਛੁੱਟ ਕਈਆਂ ਲੋੜਵੰਦਿਆਂ ਦੀ ਸੇਵਾ ਵੀ ਕਰ ਸਕਦਾ ਸਾਂ। ਮੈਨੂੰ ਘਰ ਛੱਡੇ ਨੂੰ 2.5 ਸਾਲ ਹੋ ਗਏ ਨੇ। ਮੁੱਢਲੇ 6 ਮਹੀਨੇ ਮੈਂ ਪਿੰਡਾਂ ਵਿੱਚ ਫਿਰਦਾ ਰਿਹਾ। ਲੋੜਵੰਦਾਂ ਦੀ ਸੇਵਾ ਤੇ ਬਿਮਾਰਾਂ ਦਾ ਦੁਆ ਦਾਰੂ ਮੇਰਾ ਕੰਮ ਸੀ। ਇਸ ਵਿੱਚ ਮੈਨੂੰ ਉਹੀ ਸ਼ਾਂਤੀ ਪ੍ਰਾਪਤ ਹੁੰਦੀ ਸੀ ਜਿਹੜੀ ਕਦੇ ਸ਼ਾਂਤੀ ਪਾਸੋਂ ਪ੍ਰਾਪਤ ਹੋਈ ਸੀ, ਪਰ ਇਹ ਬਹੁਤੇ ਦਿਨ ਨਾ ਕਾਇਮ ਰਹੀ। ਪੁਸ਼ਪਾ ਨੇ ਵੇਖਿਆ, ਜਦੋਂ ਵੀ ਉਸਦੇ ਮੂੰਹੋਂ ਸ਼ਾਂਤੀ ਦਾ ਨਾਂ ਨਿਕਲਦਾ, ਉਸ ਦਾ ਗਲਾ ਰੁੰਧਿਆ ਜਾਂਦਾ ਤੇ ਮੂੰਹ ਦੂਜੇ ਪਾਸੇ ਕਰਕੇ ਉਹ ਕਿਸੇ ਬਹਾਨੇ ਅੱਖਾਂ ਪੂੰਝ ਲੈਂਦਾ ਸੀ। ਜਰਾ ਕੁ ਠਹਿਰ ਕੇ ਉਸ ਫਿਰ ਕਹਿਣਾ ਸ਼ੁਰੂ ਕੀਤਾ, ਘਰੋਂ ਨਿਕਲਣ ਤੋਂ 6 ਮਹੀਨੇ ਬਾਅਦ ਮੈਂ ਲਾਹੌਰ ਆਇਆ ਤਾਂ ਮੈਨੂੰ ਇੱਕ ਸੁੰਦਰੀ ਦੇ ਦਰਸ਼ਨ ਹੋਏ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਸ਼ਾਂਤੀ ਨਹੀਂ ਮਿਲੀ। ਮੇਰਾ ਹਿਰਦਾ ਹਰ ਵੇਲੇ ਅਸ਼ਾਂਤ ਰਹਿੰਦਾ ਹੈ। ਮੈਂ ਉਸੇ ਦਿਨ ਲਾਹੌਰੋਂ ਕੂਚ ਕਰ ਗਿਆ ਤੇ ਮੁੜ ਇਸ ਪਾਸੇ ਕਦੇ ਭੁੱਲ ਕੇ ਵੀ ਨਾ ਆਉਣ ਦਾ ਪ੍ਰਣ ਕਰਕੇ, ਇਸ ਲਈ ਕਿ ਇਸ ਲਾਹੌਰ ਨੇ ਮੇਰੇ ਦਿਲ ਚੋਂ ਸ਼ਾਂਤੀ ਖੋਹ ਲਈ ਸੀ। ਆਪਣਾ ਡੋਲਦਾ ਦਿਲ ਲੈ ਕੇ ਮੈਂ ਪੂਰੇ 2 ਵਰ੍ਹੇ ਨਦੀਆਂ, ਪਹਾੜਾਂ, ਜੰਗਲਾਂ, ਪਿੰਡਾਂ ਤੇ ਕਸਬਿਆਂ ਵਿੱਚ ਭਟਕਦਾ ਰਿਹਾ, ਪਰ ਮੈਨੂੰ ਸ਼ਾਂਤੀ ਮੁੜ ਕੇ ਨਾ ਲੱਭੀ। ਮੇਰਾ ਅੰਦਰਲਾ ਕਿਸੇ ਸੱਜਰੀ ਪੀੜ ਨਾਲ ਹਰ ਵੇਲੇ ਤੜਫਦਾ ਰਹਿੰਦਾ ਸੀ। ਅੰਤ ਪਿਛਲੇ ਦਿਨੀ ਜਦ ਮੈਂ ਦੇਹਰਾਦੂਨ ਵਿੱਚ ਸਾਂ, ਅਖਬਾਰਾਂ ਵਿੱਚ ਲਾਹੌਰ ਦੇ ਫਸਾਦਾਂ ਦਾ ਰੌਲਾ ਸੁਣਿਆ ਤਾਂ ਇੱਕ ਵਾਰੀ ਫਿਰ ਲਾਹੌਰ ਆਉਣ ਦੀ ਸਲਾਹ ਕਰ ਲਈ, ਇਸ ਲਈ ਕਿ ਆਪਣੇ ਵਤਨ ਭਰਾਵਾਂ ਦੇ ਲਹੂ ਨੂੰ ਕਿਸੇ ਹੱਦ ਤੱਕ ਡੁੱਲਣੋਂ ਰੋਕ ਸਕਾਂਗਾ। ਪਰ ਕੀ ਇਸ ਦੇ ਨਾਲ ਕੋਈ ਹੋਰ ਵੀ ਮੇਰੀ ਸੂਖਮ ਭਾਵਨਾ ਨਹੀਂ ਸੀ ਰਲੀ ਹੋਈ ਕਿ ਸੇਵਾ ਦਾ ਪੱਜ ਪਾ ਕੇ ਮੇਰਾ ਦਿਲ ਅਸਲ ਵਿੱਚ ਕਿਸੇ ਨੂੰ ਨਹੀਂ ਸੀ ਲੱਭਣਾ ਚਾਹੁੰਦਾ? ਮੈਂ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਤੇ ਜਿਹੜੀ ਮੈਨੂੰ ਇਹ ਮੋਢੇ ਤੇ ਜ਼ਖਮ ਦੀ ਤਕਲੀਫ ਵਾਪਰੀ ਹੈ, ਮੈਂ ਜਾਣਦਾ ਹਾਂ ਇਹ ਵੀ ਸ਼ਾਇਦ ਕੁਦਰਤ ਨੇ ਮੈਨੂੰ ਉਸ ਵਾਹਿਦੇ ਖਿਲਾਫੀ ਦਾ ਫਲ ਦਿੱਤਾ ਹੈ ਜਿਹੜੀ ਮੈਂ ਕਰ ਚੁੱਕਾ ਸਾਂ। ਅਰਥਾਤ ਸਭ ਕੁਝ ਤਿਆਗ ਕੇ ਨਿਸ਼ਕਾਮ ਸੇਵਾ ਦਾ ਪ੍ਰਣ ਕਰਕੇ ਵੀ ਮੇਰੇ ਦਿਲ ਵਿੱਚ ਕਿਸੇ ਦੀ ਕਾਮਨਾ ਜਾਗ ਪਈ ਸੀ। ਜਿਸ ਦਿਨ ਮੇਰੇ ਉੱਤੇ ਛੁਰੇ ਨਾਲ ਹਮਲਾ ਹੋਇਆ ਸੀ, ਮੈਂ ਉਸੇ ਵੇਲੇ ਕਿੱਧਰ ਜਾ ਰਿਹਾ ਸਾਂ, ਕਿਸ ਦੀ ਭਾਲ ਵਿੱਚ, ਕੇਵਲ ਉਸਨੂੰ ਇੱਕ ਵਾਰੀ ਹੋਰ ਵੇਖਣਾ ਚਾਹੁੰਦਾ ਸਾਂ। ਇਹ ਮੇਰੀ ਪੂਰੇ 2 ਵਰ੍ਹਿਆਂ ਦੀ ਤਮੰਨਾ ਸੀ। ਮੈਂ ਘਰੋਂ ਜਿਸ ਮਕਸਦ ਨੂੰ ਲੈ ਕੇ ਨਿਕਲਿਆ ਸਾਂ ਤੇ ਕਿੱਧਰ ਜਾ ਨਿਕਲਿਆ, ਮੇਰਾ ਸਾਰੀ ਉਮਰ ਇਕੱਲਿਆਂ ਰਹਿ ਕੇ ਦੇਸ਼ ਸੇਵਾ ਵਿੱਚ ਜੀਵਨ ਬਿਤਾਉਣ ਦਾ ਪ੍ਰਣ ਕਮਜ਼ੋਰ ਹੋ ਗਿਆ। ਮੇਰੀ ਅਡੋਲਤਾ ਦੀਆਂ ਨੀਹਾਂ ਹਿੱਲ ਖਲੋਤੀਆਂ। ਮੈਂ ਡੋਲ ਗਿਆ। ਕਿਸੇ ਦੇ ਰੂਪ ਤੇ ਆਤਮਿਕ ਗੁਣਾਂ ਨੇ ਮੈਨੂੰ ਮੋਹ ਲਿਆ। ਮੇਰੀ ਤਿਆਗ ਦੀ ਪੂੰਜੀ ਲੁੱਟੀ ਗਈ। ਮੇਰਾ ਆਸਨ ਡੋਲ ਗਿਆ। ਪੁਸ਼ਪਾ ਦੇਵੀ, ਮੈਂ ਆਪਣੇ ਪ੍ਰਣ ਤੋਂ ਡਿੱਗ ਚੁੱਕਾ ਹਾਂ। ਮੈਂ ਇੱਕ ਵਾਰੀ ਫਿਰ ਕੋਸ਼ਿਸ਼ ਕਰ ਵੇਖਾਂਗਾ, ਮਤਾ ਇਸ ਨੂੰ ਸੰਭਾਲ ਸਕਾਂ।
ਸੋ ਤੁਸਾਂ ਹੁਣ ਸਭ ਕੁਝ ਸੁਣ ਲਿਆ ਹੈ, ਆਪਣਾ ਬਚਨ ਪਾਲੋ ਤੇ ਮੈਨੂੰ ਜਾਣ ਦੀ ਆਗਿਆ ਬਖਸ਼ੋ, ਮੈਂ ਇੱਥੇ ਨਹੀਂ ਠਹਿਰ ਸਕਦਾ। ਪੁਸ਼ਪਾ ਨੇ ਡੂੰਘੇ ਧਿਆਨ ਨਾਲ ਸੇਵਾਦਾਸ ਦੀ ਹੱਡਬੀਤੀ ਸੁਣੀ ਤੇ ਉਸਦੇ ਦਿਲ ਨੇ ਕਿਹਾ, ਤਾਂ ਇਹ ਜਿਸ ਦੇ ਪਿਆਰ ਵਿੱਚ ਮੈਂ ਸਭ ਕੁਝ ਖੋ ਬੈਠੀ ਹਾਂ, ਕਿਸੇ ਹੋਰ ਦੇ ਵਿਯੋਗ ਵਿੱਚ ਤੜਫ ਰਿਹਾ ਹੈ। ਪਰ ਉਹ ਕਿਹੜੀ ਜਾਦੂਗਰਨੀ ਹੈ ਜਿਸ ਨੇ ਸੇਵਾਦਾਸ ਵਰਗੇ ਤਪਸਵੀ ਦਾ ਵੀ ਆਸਨ ਹਿਲਾ ਦਿੱਤਾ। ਇਸਤਰੀ ਪੁਣੇ ਦੇ ਸਵੈਮਾਨ ਨੇ ਉਸ ਅੰਦਰੋਂ ਆਵਾਜ਼ ਦਿੱਤੀ, ਛੱਡ ਦੇ ਇਸ ਹਿਰਦੇਹੀਨ ਨੂੰ। ਨਾਲ ਹੀ ਦਿਲ ਦੀ ਕਿਸੇ ਨੁਕਰੋਂ ਪਿਆਰ ਦਾ ਦੇਵਤਾ ਬੋਲਿਆ, ਨਹੀਂ, ਤੂੰ ਇਸ ਨੂੰ ਨਹੀਂ ਛੱਡ ਸਕਦੀ। ਪ੍ਰੇਮ ਦੇ ਦੇਵਤੇ ਨੇ ਅਖੀਰ ਸਵੈਮਾਨ ਨੂੰ ਪਛਾੜ ਸੁੱਟਿਆ। ਪੁਸ਼ਪਾ ਨੇ ਵਿਸਮਾਦ ਤੇ ਨਿਰਾਸ਼ਤਾ ਘਿਰੀਆਂ ਅੱਖਾਂ ਨਾਲ ਸੇਵਾਦਾਸ ਵੱਲ ਤੱਕ ਕੇ ਪੁੱਛਿਆ, ਉਹ ਇਸੇ ਸ਼ਹਿਰ ਦੀ ਸੀ? ਹਾਂ, ਇਸੇ ਸ਼ਹਿਰ ਦੀ। ਪੁਸ਼ਪਾ ਦੇ ਹਿਰਦੇ ਦਾ ਸਲ ਹੋਰ ਡੂੰਘਾ ਹੋ ਗਿਆ। ਉਹ ਸੋਚਣ ਲੱਗੀ, ਪਿਆਰ ਦਾ ਦੇਵਤਾ ਸੱਚਮੁੱਚ ਅੰਨਾ ਹੁੰਦਾ ਹੈ। ਪਿਆਸੇ ਹਰਨ ਵਰਗੇ ਪ੍ਰੇਮੀ ਨੂੰ ਮਾਰੂਥਲਾਂ ਵਿੱਚ ਭਟਕਾਉਂਦਾ ਫਿਰਦਾ ਹੈ, ਪਰ ਜਿੱਥੇ ਉਸਦੇ ਠੰਡੇ ਮਿੱਠੇ ਜਲ ਦੇ ਚਸ਼ਮੇ ਵਹਿ ਰਹੇ ਹੁੰਦੇ ਹਨ, ਉਸ ਪਾਸੇ ਉਹਨੂੰ ਤੱਕਣ ਹੀ ਨਹੀਂ ਦਿੰਦਾ। ਉਹ ਬੋਲੀ ਤੇ ਉਸ ਸੁਭਾਗੀ ਦਾ ਨਾਂ ਠੰਡਾ ਸਾਹ ਭਰ ਕੇ ਸੇਵਾਦਾਸ ਬੋਲਿਆ, ਜੇ ਕਿਸੇ ਅਭਾਗੇ ਦੇ ਦਿਲ ਵਿੱਚ ਵਸਣ ਵਾਲੇ ਨੂੰ ਅਭਾਗੀ ਕਿਹਾ ਜਾ ਸਕਦਾ ਤਾਂ ਉਹ। ਕਹਿੰਦਿਆਂ ਸੇਵਾਦਾਸ ਨੇ ਇੱਕ ਅਜਿਹੀ ਨਜ਼ਰ ਨਾਲ ਪੁਸ਼ਪਾ ਵੱਲ ਤੱਕਿਆ ਜਿਸ ਨਜ਼ਰ ਦੀ ਸ਼ਾਇਦ ਜ਼ੁਬਾਨ ਵੀ ਹੁੰਦੀ ਹੈ, ਤੇ ਉਸੇ ਖਾਮੋਸ਼ ਜ਼ੁਬਾਨ ਨੇ ਪੁਸ਼ਪਾ ਨੂੰ ਸਭ ਕੁਝ ਦੱਸ ਦਿੱਤਾ। ਪੁਸ਼ਪਾ ਨੂੰ ਇਹ ਸੁਪਨਾ ਜਿਹਾ ਜਾਪਣ ਲੱਗਾ। ਉਹ ਬੋਲੀ, ਕਿ ਮੈਂ ਸੱਚਮੁੱਚ ਉਹ ਕੁਝ ਵੇਖ ਰਹੀ ਹਾਂ ਜੋ ਸਮਝ ਰਹੀ ਹਾਂ। ਕਹਿੰਦਿਆਂ ਪੁਸ਼ਪਾ ਦਾ ਸਿਰ ਝੁਕਿਆ। ਸੇਵਾਦਾਸ ਨੇ ਨਜ਼ਰ ਭਰ ਕੇ ਇੱਕ ਵਾਰੀ ਫਿਰ ਪੁਸ਼ਪਾ ਵੱਲ ਤੱਕਿਆ। ਪੁਸ਼ਪਾ ਦੀਆਂ ਅੱਖਾਂ ਵਿੱਚ ਪ੍ਰੇਮ ਦਾ ਸਦੀਵੀ ਇਕਰਾਰ ਸੀ, ਜਿਸ ਨੂੰ ਅੱਜ ਤੋਂ ਪਹਿਲਾਂ ਨਹੀਂ ਸੀ ਵੇਖ ਸਕਿਆ। ਉਸ ਪੁਸ਼ਪਾ ਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਘੁੱਟਦਿਆਂ ਕਿਹਾ, ਪਰ ਪੁਸ਼ਪਾ ਦੇਵੀ, ਤੁਸਾਂ ਇੰਨਾ ਪਕਿਆਈ ਨਾਲ ਮੇਥੋਂ ਆਪਣੇ ਆਪ ਨੂੰ ਅੱਜ ਦੀ ਕਿਉਂ ਲੁਕਾਈ ਰੱਖਿਆ? ਜੀਕਨ ਤੁਸਾਂ। ਪੁਸ਼ਪਾ ਨੇ ਆਪਣਾ ਦੂਜਾ ਹੱਥ ਉਸ ਦੀ ਹਿੱਕ ਤੇ ਰੱਖਦਿਆਂ ਹੋਇਆ ਕਿਹਾ, ਮੈਂ ਇਤਨੀ ਜ਼ਰੂਰਤ ਨਹੀਂ ਸਾਂ ਕਰ ਸਕਦਾ ਕਿ ਇੱਕ ਤੁੱਛ ਆਦਮੀ ਹੁੰਦਾ ਹੋਇਆ ਐਡੀ ਵੱਡੀ ਆਤਮਾ ਅੱਗੇ ਆਪਣਾ ਹਿਰਦਾ ਫੋਲ ਸਕਦਾ। ਤੇ ਇਹੋ ਹਾਲਤ ਮੇਰੀ ਸੀ। ਮੈਂ ਵੀ 3-8 ਦਿਨਾਂ ਦੇ ਸਾਰੇ ਮਿੰਟ ਇਸੇ ਸੋਚ ਵਿੱਚ ਬਿਤਾਏ ਕਿ ਮੈਂ ਇੱਕ ਤੁੱਛ ਜਿਹੀ ਕੁੜੀ ਐਡੇ ਮਹਾਪੁਰਸ਼ ਪਾਸੋਂ ਪ੍ਰੇਮ ਦੀ ਮੰਗ ਕਰ ਸਕਦੀ ਹਾਂ। ਪੁਸ਼ਪਾ ਦੇਵੀ, ਅਸੀਂ ਸੁਪਨਾ ਤਾਂ ਨਹੀਂ ਵੇਖ ਰਹੇ। ਇਹ ਸੁਪਨਾ ਹੀ ਹੈ, ਪਰ ਮੁਬਾਰਕ ਸੁਪਨਾ। ਕਹਿੰਦੀ ਪੁਸ਼ਪਾ ਆਪਣੇ ਆਪ ਨੂੰ ਭੁੱਲ ਗਈ। ਦਿਲ ਦੀਆਂ ਬੰਦ ਕਲੀਆਂ ਖੁੱਲਦਿਆਂ ਹੀ ਪਿਆਰ ਮਹਿਕ ਨਾਲ ਦੋਵੇਂ ਰੂਹਾਂ ਮਹਿਕ ਉੱਠੀਆਂ। ਦੋਵੇਂ ਦਿਲ ਪਿਆਰ ਤੇ ਇੱਕੋ ਸੁਰ ਤਾਲ ਉੱਤੇ ਧੜਕ ਰਹੇ ਸਨ। ਇਸ ਤੋਂ ਬਾਅਦ ਪੁਸ਼ਪਾ ਨੇ ਉਹ ਕਾਪੀ ਲਿਆ ਕੇ ਸੇਵਾਦਾਸ ਨੂੰ ਵਿਖਾਈ, ਜਿਸ ਦੇ ਸਾਰੇ ਪੰਨੇ ਕਿਸੇ ਦੇ ਬਿਰਹੋ ਗੀਤਾਂ ਨਾਲ ਰੰਗੇ ਹੋਏ ਸਨ। ਇਹੋ ਸੀ ਪੁਸ਼ਪਾ ਦੀ 2 ਵਰ੍ਹਿਆਂ ਦੀ ਯਾਦ ਕਹਾਣੀ। ਸੇਵਾਦਾਸ ਨੇ ਹਜੇ ਕੁਝ ਹੀ ਸਫ਼ੇ ਪੜ੍ਹੇ ਸਨ ਕਿ ਪੁਸ਼ਪਾ ਉੱਠ ਕੇ ਚਲੀ ਗਈ, ਮੁੜ ਚਾਹ ਗਰਮ ਕਰਨ ਲਈ। ਧੰਨਵਾਦ।